ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਭਉ ਜਲ ਬਿਖਮ ਅਸਗਾਹੁ ਗੁਰ ਬੋਹਿਥੈ ਤਾਰਿਅਮ। ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ, ਸਤਿਜੁਗ ਜਿਨ ਧਰੂ ਪਰ। ਸ੍ਰੀ ਪਹਿਲਾਦ ਭਗਤ ਉਦਰਿਯੰ, ਹਸਤ ਕਮਲ ਮਾਥੇ ਪਰ ਧਰਿਯੰ। ਲਖ ਰੂਪ ਜੀ ਲਖਿਆ ਨਾ ਜਾਈ, ਸਾਧਕ ਸਿੱਧ ਸਗਲ ਸਰਨਾਈ। ਗੁਰ ਕੇ ਬਚਨ ਸਤ ਜੀ ਧਾਰਹੁ, ਮਾਨਸ ਜਨਮ ਦੇਹ ਨਿਸਤਾਰਹੁ। ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ, ਸਤਿਜੁਗ ਜਿਨ ਧਰੂ ਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਸਰਵਣ ਕਰ ਰਹੇ ਹੋ। ਭੱਟਾਂ ਦੀ ਬਾਣੀ, ਜਿਨ੍ਹਾਂ ਨੂੰ ਸਵਈਏ ਆਖਿਆ ਜਾਂਦਾ ਹੈ। ਸਵਈਏ ਮਹੱਲੇ ਚੌਥੇ ਕੇ ਸੋਢੀ ਸੁਲਤਾਨ ਸਤਿਗੁਰੂ ਪੂਰਨ ਤਾਲ ਖਟਾਇਆ, ਅੰਮ੍ਰਿਤ ਸਰਵੇ ਜੋਤ ਜਗਾਵੈ। ਬੈਠਾ ਸੋਢੀ ਪਾਤਸ਼ਾਹੋ, ਰਾਮਦਾਸ ਸਤਿਗੁਰੂ ਕਹਾਵੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਹੋ ਰਹੀ ਹੈ। 29 ਸਵਈਆਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਰਹਿੰਦੇ ਸਵਈਆਂ ਦੀ ਕਥਾ ਆਰੰਭ ਹੋ ਰਹੀ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ, ਸਤਿਜੁਗ ਜਿਨ ਧਰੂ ਪਰ। ਲੋ ਪਾਠ ਆਖਰੇ ਨੇ। ਸ੍ਰੀ ਗੁਰੂ ਸਾਹਿਬ, ਸ਼੍ਰੀ ਸ਼੍ਰੋਮਣੀ ਗੁਰੂ ਸਾਹਿਬ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਸਤਿਗੁਰੂ ਨੇ ਸਭ ਉੱਪਰ ਉਹਨਾਂ ਨੇ ਸਾਰਿਆਂ ਤੇ ਹੀ ਕਿਰਪਾ ਕੀਤੀ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ। ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਪਾਰ ਬ੍ਰਹਮ ਦਾ ਸਰੂਪ ਨੇ।
ਇਸ ਵਾਸਤੇ ਭੱਟ ਕਹਿ ਰਹੇ ਨੇ, ਐ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਓ, ਤੁਸੀਂ ਸਭ ਦੇ ਉੱਪਰ ਹੀ ਕਿਰਪਾ ਕੀਤੀ ਹੈ। ਸਤਿਯੁਗ ਜਨਤ ਰੂਪ ਪਰ ਸਤਿਯੁਗ ਦੇ ਵਿੱਚ ਸਭ ਤੋਂ ਪਹਿਲਾਂ ਧਰੂ ਭਗਤ ਤੇ ਕਿਰਪਾ ਵੀ ਤੁਸਾਂ ਹੀ ਕੀਤੀ ਸੀ। ਕਿਉਂ? ਸਤਿਗੁਰੂ ਸਾਰੇ ਯੁੱਗਾਂ ਦੇ ਵਿੱਚ ਹੀ ਭਗਤਾਂ ਤੇ ਕਿਰਪਾ ਕਰਦੇ ਆਏ ਹਨ, ਉਹਨਾਂ ਦੀ ਪੈਜ ਰੱਖਦੇ ਆਏ ਹਨ। ਹੁਣ ਭੱਟ ਗੁਰੂ ਰਾਮਦਾਸ ਮਹਾਰਾਜ ਨੂੰ ਪਰਮੇਸ਼ਰ ਰੂਪ ਜਾਣ ਕੇ ਉਸਤਤ ਉਚਾਰਨ ਕਰ ਰਹੇ ਹਨ। ਹੇ ਸਤਿਗੁਰੂ, ਆਪ ਜੀ ਨੇ ਸਾਰਿਆਂ ਤੇ ਕਿਰਪਾ ਕੀਤੀ। ਸਭ ਤੋਂ ਪਹਿਲਾਂ ਸਤਿਯੁਗ ਦੇ ਵਿੱਚ ਧਰੂ ਭਗਤ ਤੇ ਆਪ ਜੀ ਨੇ ਮਿਹਰ ਕੀਤੀ। ਸ੍ਰੀ ਪ੍ਰਹਿਲਾਦ ਭਗਤ ਉਦਰਿਯੰ। ਕਿਵੇਂ ਕਿਰਪਾ ਕੀਤੀ? ਧਰੂ ਭਗਤ ਨੂੰ ਉਹਦਾ ਪਿਤਾ ਹਰਨਾਕਸ਼ ਮਾਰਨਾ ਚਾਹੁੰਦਾ ਸੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਫਿਰ ਵਾਹਿਗੁਰੂ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਪ੍ਰਹਿਲਾਦ ਦੀ ਰੱਖਿਆ ਕੀਤੀ। ਹਰਨਾਕਸ਼ ਨੂੰ ਮੌਤ ਦੇ ਘਾਟ ਉਤਾਰਿਆ ਸੀ। ਸ੍ਰੀ ਪ੍ਰਹਿਲਾਦ ਭਗਤ ਉਦਰਿਯੰ। ਇਸ ਤਰ੍ਹਾਂ ਪਹਿਲਾਂ ਧਰੂ ਭਗਤ ਤੇ ਕਿਰਪਾ ਕੀਤੀ, ਫਿਰ ਸ਼੍ਰੋਮਣੀ ਭਗਤ ਪ੍ਰਹਿਲਾਦ ਭਗਤ ਜੀ ਦਾ ਉਧਾਰ ਕੀਤਾ। ਹਸਤ ਕਮਲ ਮਾਥੇ ਪਰ ਧਰਿਯੰ। ਧਰੂ ਤੇ ਪ੍ਰਹਿਲਾਦ ਭਗਤ ਦੇ ਸਿਰ ਉਤੇ, ਉਹਨਾਂ ਦੇ ਮੱਥੇ ਤੇ ਆਪ ਜੀ ਨੇ ਕਰ ਕਮਲਾਂ ਨੂੰ ਰੱਖਣਾ ਕੀਤਾ। ਕਮਲ ਵਰਗੇ ਕੋਮਲ ਸੁੰਦਰ ਮੇਰਾ ਭਰਿਆ ਹੱਥ ਰੱਖ ਕੇ ਆਪ ਜੀ ਨੇ ਇਹਨਾਂ ਭਗਤਾਂ ਨੂੰ ਨਿਹਾਲ ਕੀਤਾ। ਅਲਖ ਰੂਪ ਜੀ ਲਖਿਆ ਨਾ ਜਾਈ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਅਲਖ ਰੂਪ ਪਰਮੇਸ਼ਰ ਦਾ ਸਰੂਪ ਹੋ। ਜੀ ਲਖਿਆ ਨਾ ਜਾਈ। ਇਸ ਜੀਵ ਤੋਂ ਜਾਂ ਸਾਡੇ ਜੀਵ ਤੋਂ ਆਪ ਜੀ ਦਾ ਸਰੂਪ ਲਖਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਸਾਧਕ ਸਿੱਧ ਸਗਲ ਸਰਨਾਈ। ਸਾਧਕ ਸਾਧਨ ਕਰਨ ਵਾਲੇ ਸਿੱਧ ਜਿਹੜੇ ਪੁੱਗੇ ਹੋਏ ਯੋਗੀ ਨੇ, ਰਿੱਧੀਆਂ ਸਿੱਧੀਆਂ ਦੇ ਮਾਲਕ, ਉਹ ਵੀ ਮਹਾਰਾਜ ਆਪ ਜੀ ਦੀ ਸਾਰੇ ਸ਼ਰਨ ਵਿੱਚ ਪਏ ਰਹਿੰਦੇ ਹਨ। ਗੁਰ ਕੇ ਬਚਨ ਸਤ ਜੀ ਧਾਰੋ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਆਪਣੇ ਵੱਡੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਨੂੰ ਸਤ ਨਿਸ਼ਚੇ ਕਰਕੇ ਆਪਣੇ ਜੀਵ ਵਿੱਚ ਧਾਰਨ ਕਰਦੇ ਹੋ। ਮਾਨਸ ਜਨਮ ਦੇਹ ਨਿਸਤਾਰੋ। ਤੇ ਜਾਂ ਦੂਜਿਆਂ ਨੂੰ ਉਪਦੇਸ਼ ਹੈ, ਗੁਰ ਕੇ ਬਚਨ ਸਤ ਜੀ ਧਾਰੋ। ਇਹ ਦੁਨੀਆ ਦੇ ਲੋਗੋ, ਤੁਸੀਂ ਗੁਰੂ ਦੇ ਬਚਨਾਂ ਨੂੰ ਸਤ ਨਿਸ਼ਚੇ ਕਰਕੇ ਸੱਚੇ ਜਾਣ ਕੇ ਆਪਣੇ ਹਿਰਦੇ ਵਿੱਚ ਧਾਰਨ ਕਰੋ। ਮਾਨਸ ਜਨਮ ਦੇਹ ਨਿਸਤਾਰੋ। ਇਸ ਮਨੁੱਖਾ ਜਨਮ ਨੂੰ ਤੇ ਮਨੁੱਖਾ ਦੇਹ ਨੂੰ ਤੁਸੀਂ ਨਿਸਤਾਰ ਲਵੋ। ਭਾਵ ਮਨੁੱਖਾ ਜਨਮ ਵੀ ਦੁਰਲਭ ਹੈ, ਮਨੁੱਖਾ ਦੇਹ ਵੀ ਬੜੀ ਅਮੋਲਕ ਹੈ, ਤੁਸੀਂ ਇਸ ਦਾ ਪਾਰ ਉਤਾਰਾ ਕਰ ਲਵੋ। ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਹੀ ਜਹਾਜ਼ ਹੋ, ਤੁਸੀਂ ਹੀ ਖੇਵਟ ਮਲਾਹ ਹੋ। ਤੁਸੀਂ ਆਪ ਹੀ ਨਾਮ ਰੂਪ ਜਹਾਜ਼ ਹੋ ਤੇ ਆਪ ਹੀ ਗੁਰੂ ਨਾਨਕ ਸਾਹਿਬ ਗੁਰੂ ਸਰੂਪ ਖੇਵਟ ਮਲਾਹ ਹੋ। ਗੁਰ ਬਿਨ ਤਰਿਆ ਨਾ ਕੋਏ। ਗੁਰੂ ਤੋਂ ਬਿਨਾਂ ਨਾ ਪਹਿਲਾਂ ਨਾ ਹੁਣ, ਨਾ ਹੀ ਕੋਈ ਅੱਗੇ ਨੂੰ ਤਰੇਗਾ। ਨਾ ਪਹਿਲਾਂ ਕੋਈ ਤਰਿਆ ਤੇ ਨਾ ਹੀ ਹੁਣ ਤਰ ਸਕਦਾ, ਨਾ ਹੀ ਅੱਗੇ ਨੂੰ ਤਰੇਗਾ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਪ੍ਰਾਪਤ ਹੁੰਦਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਵ ਵਿੱਚ ਆਈ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਤੇ ਆਈ।
ਸਤਿਗੁਰੂ ਦਰਗਾਹੀ ਵਸੀਠ ਨੇ ਉਹਨਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਗੁਰ ਬਿਨ ਮੁਕਤ ਨਾ ਹੋਏ, ਤੇ ਗੁਰੂ ਤੋਂ ਬਿਨਾਂ ਕੋਈ ਬੰਧਨਾਂ ਤੋਂ ਮੋਹ ਮਾਇਆ ਤੋਂ ਮੁਕਤ ਆਜ਼ਾਦ ਵੀ ਨਹੀਂ ਹੋ ਸਕਦਾ। ਗੁਰ ਨਾਨਕ ਨਿਕਟ ਬਸੈ ਬਨਵਾਰੀ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਉਚਾਰਨ ਕਰਦੇ ਨੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਮੇਸ਼ਾ ਉਸ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਵਾਸਤੇ ਸਨ। ਜਾਂ ਇਉਂ ਵੀ ਅਰਥ ਹੁੰਦਾ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਉਹ ਵਾਹਿਗੁਰੂ ਪਰਮੇਸ਼ਰ ਰਹਿੰਦਾ ਸੀ। ਭਾਵ ਗੁਰੂ ਨਾਨਕ ਸਾਹਿਬ ਦੇ ਅੰਗ ਸੰਗ ਉਹ ਵਾਹਿਗੁਰੂ ਵਸਦਾ ਸੀ। ਤਿਨ ਲਹਿਣਾ ਥਾਪ ਜੋਤ ਜਗ ਧਾਰੀ। ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸੇਵਕ ਭਾਈ ਲਹਿਣੇ ਨੂੰ ਗੁਰਤਾ ਦੇ ਤਖਤ ਤੇ ਥਾਪ ਦਾ ਅਰਥ ਹੈ ਟਿਕਾ ਕੇ ਬਿਰਾਜਮਾਨ ਕਰਕੇ ਜੋਤ ਜਗ ਧਾਰੀ, ਜਿਹੜੀ ਆਪਣੀ ਗੁਰੂ ਜੋਤ ਸੀ ਸੰਸਾਰ ਵਿੱਚ ਧਾਰੀ, ਉਹਨਾਂ ਦੇ ਵਿੱਚ ਟਿਕਾ ਦਿੱਤੀ। ਭਾਵ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ ਤੇ ਆਪਣੀ ਗੁਰੂ ਜੋਤ ਦਾ ਪ੍ਰਕਾਸ਼ ਉਹਨਾਂ ਦੇ ਵਿੱਚ ਵਿਦਮਾਨ ਕਰ ਦਿੱਤਾ। ਲਹਿਣੈ ਪੰਥ ਧਰਮ ਕਾ ਕੀਆ। ਭਾਈ ਲਹਿਣੇ ਨੇ ਭਾਵ ਗੁਰੂ ਅੰਗਦ ਦੇਵ ਮਹਾਰਾਜ ਨੇ ਅੱਗੇ ਧਰਮ ਦਾ ਰਸਤਾ ਚਲਾਉਣਾ ਕੀਤਾ। ਅਮਰਦਾਸ ਭੱਲੇ ਕੋ ਦੀਆ। ਫਿਰ ਭੱਲਿਆਂ ਦੀ ਕੁਲ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਨ, ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਜੋ ਸ਼ਬਦ ਦਾ ਭੰਡਾਰਾ ਸੀ, ਨਾਮ ਦਾ ਖਜ਼ਾਨਾ ਸੀ, ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ। ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ। ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਸ਼੍ਰੋਮਣੀ ਗੁਰੂ ਰਾਮਦਾਸ ਮਹਾਰਾਜ ਜੋ ਸੋਢੀਆਂ ਦੀ ਕੁਲ ਦੇ ਸੁਲਤਾਨ ਹਨ, ਸੋਢੀ ਸੁਲਤਾਨ ਸਤਿਗੁਰੂ ਥਿਰ ਥਪਿਓ, ਤੇ ਉਹਨਾਂ ਨੂੰ ਆਪਣੇ ਗੁਰਤਾ ਦੇ ਤਖਤ ਤੇ ਅਡੋਲ ਤਖਤ ਦੇ ਉੱਤੇ ਉਹਨਾਂ ਨੂੰ ਬੈਠਾ ਦਿੱਤਾ। ਹਰ ਕਾ ਨਾਮ ਅਖੈ ਨਿਧ ਅਪਿਓ। ਤੇ ਵਾਹਿਗੁਰੂ ਦਾ ਨਾਮ ਜੋ ਅਖੈ ਨਿਧ ਅਖੁੱਟ ਖਜ਼ਾਨਾ ਸੀ, ਨਾ ਮੁੱਕਣ ਵਾਲਾ ਭੰਡਾਰਾ ਸੀ, ਅਪਿਓ, ਉਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕਰ ਦਿੱਤਾ। ਅਪਿਓ ਹਰ ਨਾਮ ਅਖੈ ਨਿਧ ਚੌਹ ਜੁਗ ਗੁਰ ਸੇਵਾ ਕਰ ਫਲ ਲਹੀਅੰ। ਅਪਿਓ ਹਰ ਨਾਮ ਅਖੈ ਨਿਧ, ਜਿਹੜਾ ਨਾਮ ਦਾ ਅਖੈ ਨਿਧ ਅਖੁੱਟ ਖਜ਼ਾਨਾ ਸੀ, ਨਾ ਮੁੱਕਣ ਵਾਲਾ ਖਜ਼ਾਨਾ ਸੀ। ਖਾਵੈ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ, ਉਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਰਪਣ ਕਰ ਦਿੱਤਾ, ਬਖਸ਼ਿਸ਼ ਕਰ ਦਿੱਤਾ। ਚਹੁ ਜੁਗ ਗੁਰ ਸੇਵਾ ਕਰ ਫਲ ਰਹੀਂ। ਚਾਰੇ ਯੁੱਗਾਂ ਦੇ ਵਿੱਚ ਜਿਸ ਨੇ ਗੁਰੂ ਦੀ ਸੇਵਾ ਕੀਤੀ, ਸੇਵਾ ਤੋਂ ਭਾਵ ਹੈ ਗੁਰੂ ਦੀ ਆਗਿਆ ਮੰਨੀ, ਹੁਕਮੀ ਸੇਵਕ ਬਣਿਆ, ਤੇ ਉਸ ਨੇ ਧਰਮ ਅਰਥ ਕਾਮ ਤੇ ਮੋਖ ਇਹ ਫਲ ਪ੍ਰਾਪਤ ਕਰ ਲਏ। ਬੰਦੇ ਜੋ ਚਰਨ ਸਰਨ ਸੁਖ ਪਾਵਹਿ ਪਰਮਾਨੰਦ ਗੁਰਮੁਖ ਕਹੀਅੰ। ਬੰਦਾ ਹੈ ਜੋ ਚਰਨ, ਜੋ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ ਤੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਸੁਖ ਪਾਵੇ, ਵੀ ਉਹਨੂੰ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਹੈ। ਤੇ ਇਸ ਤੋਂ ਬਾਅਦ ਪਰਮਾਨੰਦ ਬ੍ਰਹਮਾਨੰਦ ਵੀ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ, ਤੇ ਉਸ ਨੂੰ ਗੁਰਮੁਖ ਕਹੀਆਂ, ਗੁਰੂ ਦਾ ਆਗਿਆਕਾਰੀ ਸਿੱਖ, ਤੇ ਉਸ ਨੂੰ ਗੁਰਮੁਖ ਆਖਿਆ ਜਾਂਦਾ ਹੈ। ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਣੰ। ਜੋ ਪਾਰ ਬ੍ਰਹਮ ਸੁਆਮੀ ਆਦ ਰੂਪ ਸਭ ਦਾ ਮੂਲ ਰੂਪ ਹੈ, ਪੋਖਣ ਭਰਨ ਸਭ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ, ਤੇ ਸਾਰਿਆਂ ਨੂੰ ਰਿਜ਼ਕ ਦੇ ਕੇ ਪੇਟ ਭਰਨ ਵਾਲਾ ਹੈ, ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਪ੍ਰਤੱਖ ਦੇ ਉਸ ਦਾ ਪ੍ਰਤੱਖ ਸਰੂਪ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਨ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ। ਸਤਿਗੁਰ ਗੁਰ ਸੇਵ ਵੀ ਉਸ
ਸੱਚੇ ਸਤਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਜੋ ਗੁਰੂਆਂ ਦੇ ਗੁਰੂ ਨੇ, ਅਲਖ ਗਤ ਜਾਕੀ, ਜਿਨ੍ਹਾਂ ਦੀ ਅਗਮ ਅਗਾਤ ਗਤੀ ਲਖੀ ਨਹੀਂ ਜਾ ਸਕਦੀ। ਭਾਵ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਅਕਥਨੀਏ ਹੈ ਤੇ ਉਹ ਜਾਣੀ ਨਹੀਂ ਜਾ ਸਕਦੀ। ਸ਼੍ਰੀ ਰਾਮਦਾਸ ਤਾਰਨ ਤਰਨ, ਉਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਤੋਂ ਤਾਰਨ ਵਾਸਤੇ, ਤਰਨ ਦਾ ਅਰਥ ਹੈ ਜਹਾਜ਼ ਵਾਂਗ ਨੇ। ਜਿਵੇਂ ਜਹਾਜ਼ ਆਪ ਵੀ ਪਾਰ ਹੋ ਜਾਂਦਾ ਹੈ, ਦੂਜਿਆਂ ਨੂੰ ਵੀ ਪਾਰ ਕਰ ਦਿੰਦਾ ਹੈ, ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਲਯੁਗ ਦੇ ਜਹਾਜ਼ ਨੇ, ਜੋ ਸਾਰੇ ਜੀਵਾਂ ਨੂੰ ਭਵਸਾਗਰ ਤੋਂ ਪਾਰ ਕਰ ਸਕਦੇ ਹਨ। ਜਿਹੇ ਅੰਮ੍ਰਿਤ ਬਚਨ ਬਾਣੀ, ਸਾਧੂ ਜਨ ਜਪਹਿ, ਕਰ ਵਿਚਿਤ ਚਾਓ। ਅੱਗੇ ਫਿਰ ਪਾਠ ਫਰਮਾਉਂਦੇ ਨੇ, ਜੇ ਅੰਮ੍ਰਿਤ ਬਚਨ ਬਾਣੀ, ਜਿਸ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਜੋ ਅੰਮ੍ਰਿਤ ਰੂਪ ਬਚਨ ਤੇ ਉਹਨਾਂ ਦੀ ਬਾਣੀ ਹੈ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਜਿਹੇ ਅੰਮ੍ਰਿਤ ਬਚਨ ਬਾਣੀ, ਜੇ ਸਤਿਗੁਰੂ ਦੇ ਅੰਮ੍ਰਿਤਮਈ ਬਚਨ, ਅੰਮ੍ਰਿਤਮਈ ਬਾਣੀ ਹੈ। ਸਾਧੂ ਜਨ ਜਪੈ ਕਰ ਬਚਿਤ ਚਾਓ। ਸਾਧੂ ਜਨ ਗੁਰਮੁਖ ਜਨ, ਗੁਰਮੁਖ ਸਿੱਖ ਸੇਵਕ ਮਾਈ ਭਾਈ, ਬਚਿਤ ਚਾਓ, ਆਪਣੇ ਚਿੱਤ ਵਿੱਚ ਵਿਸ਼ੇਸ਼ ਚਾਓ ਕਰਕੇ ਬੜੇ ਉਤਸ਼ਾਹ ਦੇ ਨਾਲ ਆਪ ਜੀ ਦੀ ਅੰਮ੍ਰਿਤ ਰੂਪ ਬਾਣੀ ਨੂੰ ਜਪਦੇ ਨੇ, ਪੜ੍ਹਦੇ ਹਨ। ਆਨੰਦ ਨਿਤ ਮੰਗਲ, ਗੁਰ ਦਰਸ਼ਨ ਸਫਲ ਸੰਸਾਰ। ਲੋ ਜਿਹੜੇ ਗੁਰਸਿੱਖ ਮਾਈ ਭਾਈ ਆ ਕੇ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਦੀਦਾਰ ਕਰਦੇ ਹਨ, ਗੁਰੂ ਕੇ ਦਰਸ਼ਨ ਕਰਕੇ ਉਹਨਾਂ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਨਾਲ ਹਮੇਸ਼ਾ ਲਈ ਮੰਗਲ, ਖੁਸ਼ੀਆਂ ਤੇ ਖੇੜੇ ਪ੍ਰਾਪਤ ਹੋ ਜਾਂਦੇ ਨੇ। ਤੇ ਸਤਿਗੁਰੂ ਦੇ ਦਰਸ਼ਨ ਕਰਕੇ ਸਫਲ ਸੰਸਾਰ, ਸੰਸਾਰ ਦੇ ਵਿੱਚ ਮਨੁੱਖ ਦਾ ਜਨਮ ਸਫਲ ਹੋ ਜਾਂਦਾ ਹੈ। ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸਨ ਪਰਮ ਪਵਿੱਤਰ ਗਤੇ। ਲਓ ਵੀ ਸੰਸਾਰ ਦੇ ਵਿੱਚ ਗੁਰੂ ਮਹਾਰਾਜ ਦਾ ਦਰਸ਼ਨ ਗੰਗਾ ਵਾਂਗੂ ਬਹੁਤ ਫਲਦਾਇਕ ਹੈ, ਬਹੁਤ ਪਵਿੱਤਰ ਹੈ। ਸੰਸਾਰ ਸਫਲ ਗੰਗਾ ਗੁਰ ਦਰਸ਼ਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਦੀ ਗੰਗਾ ਨੇ, ਬ੍ਰਹਮ ਗਿਆਨ ਦੀ ਗੰਗਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਏ ਸਫਲ ਨੇ। ਗੁਰਦਰਸ਼ਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰਦਰਸ਼ਨ। ਜਿਵੇਂ ਲੋਕੀ ਹਿੰਦੂ ਲੋਕ ਗੰਗਾ ਤੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਤੇ ਗੰਗਾ ਦਾ ਦਰਸ਼ਨ ਕਰਨਾ ਪੁੰਨਮਈ ਸਮਝਦੇ ਨੇ, ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਵੀ ਗੰਗਾ ਦੇ ਦਰਸ਼ਨ ਵਾਂਗੂ ਸਫਲ ਦਰਸ਼ਨ ਹੈ। ਪਰਸਨ ਪਰਮ ਪਵਿੱਤਰ ਗਤੀ। ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਛੋਹ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਨੂੰ ਪਰਮ ਪਵਿੱਤਰ, ਬਹੁਤ ਪਵਿੱਤਰ, ਪਵਿੱਤਰ ਤੋਂ ਪਵਿੱਤਰ ਗਤੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਉਸ ਦਾ ਤਨ ਵੀ ਪਵਿੱਤਰ, ਮਨ ਵੀ ਪਵਿੱਤਰ, ਬਾਣੀ ਵੀ ਪਵਿੱਤਰ, ਉਹਦੀ ਆਤਮਾ ਵੀ ਪਵਿੱਤਰ ਹੋ ਜਾਂਦੀ ਹੈ ਤੇ ਉਸ ਨੂੰ ਬਹੁਤ ਪਵਿੱਤਰ ਜਿਹੜੀ ਕੇਵਲ ਮੁਕਤੀ ਦੀ ਦਾਤ ਵੀ ਪ੍ਰਾਪਤ ਹੋ ਜਾਂਦੀ ਹੈ। ਜੀਤਹਿ ਜਮ ਲੋਕ ਪਤਤ ਜੇ ਪ੍ਰਾਣੀ, ਹਰ ਜਨ ਸੇਵ ਗੁਰ ਗਿਆਨ ਰਤੇ। ਲੋਕ ਕਵੀ ਜੀ ਕਹਿੰਦੇ ਨੇ, ਜੀਤੈ ਜਮ ਲੋਕ ਪਤਤ ਜੇ ਪ੍ਰਾਣੀ। ਜਿਹੜੇ ਪ੍ਰਾਣੀ ਪਤਤ ਪਾਪੀ ਨੇ, ਪਤਤ ਕਹਿੰਦੇ ਨੇ ਗਿਰੇ ਹੋਏ ਨੂੰ, ਜਿਹੜਾ ਆਪਣੇ ਇਖਲਾਕ ਤੋਂ ਗਿਰ ਗਿਆ, ਆਪਣੇ ਧਰਮ ਤੋਂ ਡਿੱਗ ਪਿਆ, ਉਹਨੂੰ ਪਤਤ ਕਹਿੰਦੇ ਨੇ। ਜਿਹੜੇ ਪਾਪੀ ਮਨੁੱਖ ਵੀ ਨੇ, ਜੀਤੈ ਜਮ ਲੋਕ, ਉਹ ਵੀ ਜਮ ਲੋਕ ਨੂੰ ਜਿੱਤ ਲੈਂਦੇ ਨੇ। ਇਹਦਾ ਮਤਲਬ ਜਦੋਂ ਪਾਪੀ ਬੰਦੇ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆ ਜਾਂਦੇ ਨੇ ਤੇ ਫਿਰ ਉਹ ਵੀ ਮੁਕਤ ਹੋ ਜਾਂਦੇ ਨੇ, ਜਮ ਲੋਕ ਨੂੰ ਜਿੱਤ ਲੈਂਦੇ ਨੇ। ਹਰ ਜਨ ਸੇਵ ਗੁਰ ਗਿਆਨ ਰਤੇ। ਵਾਹਿਗੁਰੂ ਦੇ ਜਨ ਦਾਸ ਭਗਤ ਸ਼ਿਵ ਜੋ ਕਲਿਆਣ ਸਰੂਪ ਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੇ ਗਿਆਨ ਰਤੇ। ਉਹਨਾਂ ਦੇ ਗਿਆਨ ਦੇ ਵਿੱਚ, ਗਿਆਨ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਰਘੁਬੰਸ ਤਿਲਕ ਸੁੰਦਰ ਦਸਰਥ ਘਰ,
ਮੁਨ ਬੰਛਹਿ ਜਾ ਕੀ ਫਰਣੰ। ਕਹਿੰਦੇ ਨੇ ਰਾਘਵਾਂ ਦੀ ਬੰਸ ਦੇ ਤਿਲਕ ਦਾ ਅਰਥ ਹੈ ਸ਼੍ਰੋਮਣੀ। ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰ, ਉਹਨਾਂ ਦਾ ਰੂਪ ਬਹੁਤ ਸੁੰਦਰ ਸੀ। ਤੇ ਦਸ਼ਰਥ ਰਾਜੇ ਦੇ ਘਰੇ ਉਤਾ ਮੁਨ ਬੰਛੈ ਜਾ ਕੀ ਸਰਣੰ। ਤੇ ਜਿਹੜੇ ਮੁਨੀ ਲੋਕ ਨੇ, ਰਿਸ਼ੀ ਮੁਨੀ ਸਾਧੂ ਲੋਕ, ਭਗਤੀ ਕਰਨ ਵਾਲੇ, ਉਹ ਜਿਨ੍ਹਾਂ ਦੀ ਸ਼ਰਨ ਨੂੰ ਚਾਹੁੰਦੇ ਨੇ। ਭਾਵ ਰਾਮਚੰਦਰ ਜੀ ਇੱਕ ਪੁਰਸ਼ ਹੋਏ ਨੇ ਤੇ ਜਿਨ੍ਹਾਂ ਦੀ ਸ਼ਰਨ ਵਿੱਚ ਰਹਿਣਾ ਰਿਸ਼ੀ ਮੁਨੀ ਸਾਧੂ ਜਨ ਚਾਹੁੰਦੇ ਸਨ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ। ਐ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਵੀ ਉਸ ਰਾਮਚੰਦਰ ਜੀ ਦਾ ਹੀ ਸਰੂਪ ਹੋ। ਇੱਥੇ ਆ ਕੇ ਮਹਾਂਪੁਰਖ ਇਹ ਵਿਚਾਰ ਕਰਦੇ ਸਨ, ਇਹ ਜਿਹੜੇ ਵੈਦਿਕ ਰਿਸ਼ੀ ਸਨ, ਵੇਦਾਂ ਦੇ ਅਵਤਾਰ ਸਨ, ਇਹਨਾਂ ਅਵਤਾਰਾਂ ਤੇ ਟਿਕਿਆ ਹੋਇਆ ਸੀ। ਰਾਮ ਕ੍ਰਿਸ਼ਨ ਆਦਿਕ ਜਿਹੜੇ ਅਵਤਾਰ ਹੋਏ ਨੇ, ਉਹ ਇਹਨਾਂ ਨੂੰ ਰੱਬ ਦਾ ਸਰਗੁਣ ਸਰੂਪ ਮੰਨਦੇ ਸਨ। ਹੁਣ ਜਦੋਂ ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਏ ਤੇ ਉਹਨਾਂ ਨੂੰ ਜੋ ਉਹਨਾਂ ਦੇ ਇਸ਼ਟ ਹੁੰਦੇ ਨੇ ਗੁਰੂ ਮਹਾਰਾਜ ਦੇ ਸਰੂਪ ਦੇ ਵਿੱਚੋਂ, ਹੁਣ ਆਪਣੇ ਇਸ਼ਟ ਦੇ ਦਰਸ਼ਨ ਹੁੰਦੇ ਨੇ। ਤੇ ਇਸ ਲਈ ਫਿਰ ਉਹ ਇਹ ਕਹਿੰਦੇ ਨੇ ਕਿ ਹੇ ਸਤਿਗੁਰੂ, ਬਈ ਜੋ ਰਾਘਵਾਂ ਦੀ ਬੰਸ ਦੇ ਤਿਲਕ ਸ਼੍ਰੋਮਣੀ ਰਾਮਚੰਦਰ ਜੀ ਹੋਏ, ਦਸ਼ਰਥ ਰਾਜੇ ਦੇ ਘਰੇ ਜਿਨ੍ਹਾਂ ਨੇ ਅਵਤਾਰ ਧਾਰਿਆ, ਜਿਨ੍ਹਾਂ ਦੀ ਸ਼ਰਨ ਮੁਨੀ ਲੋਕ ਵੀ ਚਾਹੁੰਦੇ ਨੇ, ਤੁਸੀਂ ਉਸੇ ਦਾ ਹੀ ਸਰੂਪ ਹੋ। ਇਹ ਵੀ ਇੱਕ ਵੱਡੀ ਆਤਮਕ ਸ਼ਕਤੀ ਵਾਲੇ ਮਹਾਂਪੁਰਖਾਂ ਦੀ ਇਹ ਇੱਕ ਲੀਲਾ ਹੁੰਦੀ ਹੈ। ਉਹ ਕਿਸੇ ਦੂਜੇ ਧਰਮ ਦੇ ਬੰਦੇ ਨੂੰ ਵੀ ਉਹਦੇ ਇਸ਼ਟ ਦਾ ਰੂਪ ਦਿਖਾ ਕੇ ਆਪਣੇ ਆਪ ਦੇ ਵਿੱਚ ਉਹਨੂੰ ਆਪਣਾ ਮੁਰੀਦ ਬਣਾ ਲੈਂਦੇ ਨੇ। ਇਹ ਕਲਾ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਵੀ ਸੀ। ਹੁਣ ਇਹਨਾਂ ਦੇ ਭਾਣੇ ਤਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਹਨ, ਕਿਉਂਕਿ ਉਹ ਪਰਮੇਸ਼ਰ ਮੰਨਦੇ ਉਹਨੂੰ ਸਨ। ਇਸ ਲਈ ਇਹ ਨਾ ਸਮਝ ਲੈਣਾ ਬਈ ਹੁਣ ਗੁਰੂ ਰਾਮਦਾਸ ਮਹਾਰਾਜ ਨੂੰ ਰਾਮਚੰਦਰ ਦਾ ਉਹਨਾਂ ਨੇ ਅਵਤਾਰ ਕਿਉਂ ਕਹਿ ਦਿੱਤਾ। ਉਹਨਾਂ ਦੀ ਭਾਵਨਾ ਸੀ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ। ਭਾਈ ਉਸੇ ਪੂਜਨੀਕ ਸਤਿਗੁਰੂ ਦੀ ਸੇਵਾ ਕਰੋ ਜਿਨ੍ਹਾਂ ਦੀ ਗਤੀ ਅਲਖ ਲਖੀ ਨਹੀਂ ਜਾ ਸਕਦੀ। ਭਾਵ ਗੁਰੂ ਦੀ ਮਹਿਮਾ ਅਪਰਪਾਰ ਹੈ। ਸ਼੍ਰੀ ਰਾਮਦਾਸ ਤਾਰਨ ਤਰਣੰ, ਸ਼੍ਰੋਮਣੀ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤਾਰਨ ਤਰਣੰ, ਉਹ ਭਵ ਸਾਗਰ ਤੋਂ ਤਾਰਨ ਵਾਸਤੇ ਤਰਣੰ ਜਹਾਜ਼ ਵਾਂਗ ਹਨ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਲਓ ਹੁਣ ਅੱਗੇ ਪਟ ਨਾਮ ਦੀ ਮਹਿਮਾ ਉਚਾਰਨ ਕਰਦੇ ਨੇ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਸੰਸਾਰ ਅਗਮ ਸਾਗਰ ਅਰਥ ਵਾਸਤੇ ਇਸ ਤਰ੍ਹਾਂ ਬਸਰਾਮ ਲੱਗੇਗਾ, ਇਹ ਸੰਸਾਰ ਗਮਤਾ ਤੋਂ ਰਹਿਤ ਬਹੁਤ ਡੂੰਘਾ ਸਮੁੰਦਰ ਹੈ। ਤੁਲਹਾ ਹਰ ਨਾਮ ਗੁਰੂ, ਜਿਹੜਾ ਗੁਰੂ ਦਾ ਬਖਸ਼ਿਆ ਨਾਮ ਹੈ, ਇਸ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਬੜਾ ਸੋਹਣਾ ਤੁਲਹਾ ਹੈ। ਤੁਲਹਾ ਕਹਿੰਦੇ ਨੇ ਕੁਛ ਲੱਕੜੀਆਂ ਨੂੰ ਬੰਨ੍ਹ ਕੇ ਇੱਕ ਚੌਖਟਾ ਜਿਹਾ ਬਣਾਇਆ ਜਾਂਦਾ ਸੀ, ਫਿਰ ਉਹਨਾਂ ਨੂੰ ਬੰਨ੍ਹ ਕੇ ਰੱਸੀ ਦੇ ਨਾਲ ਪਾਣੀ ਉੱਤੇ ਤਾਰਿਆ ਜਾਂਦਾ ਸੀ, ਉਹਨੂੰ ਤੁਲਹਾ ਕਹਿੰਦੇ ਸਨ। ਫਿਰ ਉਹਦੇ ਉੱਤੇ ਵੀ ਬੈਠ ਕੇ ਕਈ ਲੋਕ ਦਰਿਆਵਾਂ ਤੋਂ ਸਾਗਰਾਂ ਤੋਂ ਪਾਰ ਹੋ ਜਾਂਦੇ ਸਨ, ਉਹਨੂੰ ਤੁਲਹਾ ਕਹਿੰਦੇ ਸਨ। ਜਹਾਜ਼ ਤੋਂ ਵੱਖਰਾ ਤੇ ਇੱਕ ਛੋਟਾ 2-4 ਬੰਦਿਆਂ ਦੇ ਪਾਰ ਹੋਣ ਦੇ ਲਈ ਬਣਾਇਆ ਜਾਂਦਾ ਸੀ। ਸੋ ਰੋ ਵਿਚਾਰ ਸੰਸਾਰ ਅਗਮ ਸਾਗਰ, ਇਹ ਸੰਸਾਰ ਜਿਸ ਦੀ ਗਮਤਾ ਨਹੀਂ ਕੋਈ ਜਾਣ ਸਕਦਾ, ਬਹੁਤ ਡੂੰਘਾ ਸਮੁੰਦਰ ਹੈ। ਤੁਲਹਾ ਹਰ ਨਾਮ, ਵੀ ਇਹਦੇ ਵਿੱਚ
ਵਾਹਿਗੁਰੂ ਦਾ ਨਾਮ ਤੁਲਹਾ ਹੈ। ਭਾਵ ਨਾਮ ਦੀ ਓਟ ਲੈ ਕੇ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰੇ ਉਤਾਰਨ ਹਾਰ। ਗੁਰੂ ਮੁਖ ਪਾਇਆ, ਇਹ ਗੁਰੂ ਦੇ ਮੁਖ ਰਾਹੀਂ ਅਸੀਂ ਇਹ ਨਾਮ ਨੂੰ ਪ੍ਰਾਪਤ ਕੀਤਾ ਹੈ। ਜਗ ਜਨਮ ਮਰਨ ਭੱਗਾ, ਇਹ ਆਈ ਹੀ ਹੈ ਪ੍ਰਤੀਤ। ਲੋ ਜਿਨ੍ਹਾਂ ਦੇ ਹੀਏ ਹਿਰਦੇ ਵਿੱਚ ਇਹ ਪ੍ਰਤੀਤ ਆ ਗਈ, ਭਰੋਸਾ ਬੱਝ ਗਿਆ ਬਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੇ ਜਹਾਜ਼ ਨੇ। ਜਗ ਜਨਮ ਮਰਨ ਭੱਗਾ, ਫਿਰ ਉਹਨਾਂ ਦਾ ਸੰਸਾਰ ਵਿੱਚ ਜਨਮ ਤੇ ਮਰਨ ਵੀ ਭੱਗਾ ਨਾਸ ਹੋ ਗਿਆ। ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ 'ਤੇ ਭਰੋਸਾ ਆ ਗਿਆ ਬਈ ਉਹ ਕਲਯੁਗ ਦੇ ਜਹਾਜ਼ ਨੇ ਤੇ ਖੇਵਟ ਵੀ ਆਪ ਨੇ, ਤੇ ਉਹਨਾਂ ਦਾ ਜਨਮ ਮਰਨ ਦਾ ਡਰ ਭੱਜ ਗਿਆ। ਪ੍ਰਤੀਤ ਹੀਐ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਭਈ। ਲੋ ਜਿਨ੍ਹਾਂ ਜਨਾਂ ਨੂੰ, ਜਿਨ੍ਹਾਂ ਸਿੱਖ ਸੇਵਕਾਂ ਦੇ ਮਨ ਦੇ ਅੰਦਰ ਪ੍ਰਤੀਤ ਹੀਐ ਆਈ, ਹਿਰਦੇ ਵਿੱਚ ਪ੍ਰਤੀਤ ਆ ਗਈ, ਭਾਵ ਗੁਰੂ ਦਾ ਯਕੀਨ ਆ ਗਿਆ, ਗੁਰੂ ਦਾ ਭਰੋਸਾ ਬੱਝ ਗਿਆ। ਤਿਨ ਕੋ ਪਦਵੀ ਉੱਚ ਪਈ, ਫਿਰ ਉਹਨਾਂ ਨੂੰ ਬਹੁਤ ਉੱਚੀ ਪਦਵੀ ਗੁਰਮੁਖਾਂ ਵਾਲੀ, ਬ੍ਰਹਮ ਗਿਆਨੀਆਂ ਵਾਲੀ ਪ੍ਰਾਪਤ ਹੋ ਗਈ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਜਿਹੜਾ ਯਥਾਰਥ ਗਿਆਨ ਹੈ, ਵਾਸਤਵਿਕ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਸਤਿਗੁਰੂ ਤੇ ਪੂਰਨ ਭਰੋਸਾ ਆ ਜਾਂਦਾ ਹੈ। ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬ੍ਰਿਥਾ ਗਈ। ਲੋ ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੋ ਗਈ, ਜਿਨ੍ਹਾਂ ਨੂੰ ਸਤਿਗੁਰੂ ਤੇ ਭਰੋਸਾ ਬੱਝ ਗਿਆ, ਤਜ ਮਾਇਆ ਮੋਹ ਲੋਭ ਅਰ ਲਾਲਚ, ਉਹਨਾਂ ਨੇ ਮਾਇਆ ਦਾ ਮੋਹ ਵੀ ਛੱਡ ਦਿੱਤਾ, ਮਾਇਆ ਦਾ ਲੋਭ ਤੇ ਲਾਲਚ ਵੀ ਤਿਆਗ ਦਿੱਤਾ। ਕਾਮ ਕ੍ਰੋਧ ਕੀ ਬਿਰਥਾ ਗਈ, ਕਾਮ ਤੇ ਕ੍ਰੋਧ ਦੀ ਬਿਰਥਾ ਦਾ ਅਰਥ ਹੈ ਪੀੜਾ, ਤਕਲੀਫ, ਉਹ ਵੀ ਚਲੀ ਗਈ। ਭਾਵ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਨੂੰ ਗੁਰਮੁਖਾਂ ਵਾਲੀ ਬ੍ਰਹਮ ਗਿਆਨ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ। ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ, ਦਿਵ ਦ੍ਰਿਸ਼ਟ ਕਾਰਣ ਕਰਣੰ। ਲੋ ਕਵੀ ਜੀ ਕਹਿੰਦੇ ਨੇ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਿਵ ਦ੍ਰਿਸ਼ਟੀ ਦੇ ਮਾਲਕ ਨੇ। ਕਾਰਨ ਕਰਨ, ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਨੇ। ਸਾਰੇ ਸੰਸਾਰ ਦਾ ਮੂਲ ਕਾਰਨ ਆਪ ਨੇ। ਅਵਲੋਕਿਆ ਬ੍ਰਹਮ, ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੋ ਗਈ, ਉਹਨਾਂ ਨੇ ਪਰਮੇਸ਼ਰ ਨੂੰ ਵੇਖ ਲਿਆ। ਅਵਲੋਕਿਆ ਤੋਂ ਭਾਵ ਹੁੰਦਾ ਦੇਖਣਾ। ਨਾਨਕਾ ਪਾਤਸ਼ਾਹੋ ਦਿਸੈ ਜਾਹਰਾ, ਬ੍ਰਹਮ ਜੋ ਵਿਆਪਕ ਸਰੂਪ ਵਾਹਿਗੁਰੂ ਹੈ, ਉਹਨਾਂ ਨੇ ਅੱਖਾਂ ਨਾਲ ਵੇਖ ਲਿਆ। ਭਰਮ ਸਭ ਛੁੱਟ ਗਿਆ ਤੇ ਉਹਨਾਂ ਦਾ ਸਾਰਾ ਭਰਮ ਛੁੱਟ ਗਿਆ। ਜਿਨ੍ਹਾਂ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਤੇ ਸਤਿਗੁਰੂ ਦਿਵ ਦ੍ਰਿਸ਼ਟੀ ਦੇ ਮਾਲਕ ਸਨ, ਤੇ ਉਹਨਾਂ ਨੇ ਆਪਣੇ ਸੇਵਕਾਂ ਨੂੰ ਵੀ ਦਿਵ ਦ੍ਰਿਸ਼ਟੀ ਬਖਸ਼ਿਸ਼ ਕਰ ਦਿੱਤੀ। ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਤੇ ਫਿਰ ਉਹਨਾਂ ਨੇ ਰੱਬ ਨੂੰ ਵੇਖ ਲਿਆ ਤੇ ਸਾਰਾ ਭਰਮ ਉਹਨਾਂ ਦਾ ਛੁੱਟ ਗਿਆ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਣੰ। ਭਾਈ ਉਸ ਪੂਜਨੀਕ ਵੱਡੇ ਸਤਿਗੁਰੂ ਦੀ ਸੇਵਾ ਕਰੋ, ਜਿਨ੍ਹਾਂ ਦੀ ਗਤੀ ਅਲਖ ਹੈ, ਜਿਨ੍ਹਾਂ ਦੀ ਅਗਮ ਅਗਾਧ ਗਤੀ ਨੂੰ, ਜਿਨ੍ਹਾਂ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਉਹ ਕੌਣ ਨੇ? ਸ਼੍ਰੀ ਰਾਮਦਾਸ ਤਾਰਨ ਤਰਨ। ਉਹ ਹਨ ਸ਼੍ਰੋਮਣੀ ਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਤਾਰਨ ਤਰਨ, ਜੋ ਦੁਨੀਆ ਤੋਂ ਤਾਰਨ ਵਾਸਤੇ ਤਰਨ ਜਹਾਜ਼ ਬਣ ਕੇ ਆਏ। ਪ੍ਰਤਾਪ ਸਦਾ ਗੁਰ ਕਾ ਘਟ ਘਟ, ਪ੍ਰਗਾਸ ਭਇਆ ਜਸ ਜਨ ਕੈ। ਲੋ ਕਵੀ ਜੀ ਫੇਰ ਸਤਿਗੁਰੂ ਦੀ ਮਹਿਮਾ ਉਚਾਰਨ ਕਰਦੇ ਨੇ। ਪ੍ਰਤਾਪ ਸਦਾ ਗੁਰ ਕਾ ਘਟ ਘਟ, ਵੀ ਗੁਰੂ ਕਾ ਪ੍ਰਤਾਪ ਹਮੇਸ਼ਾ ਲਈ ਘਟਾਂ ਘਟਾਂ ਦੇ ਵਿੱਚ ਪ੍ਰਗਟ ਹੋ ਰਿਹਾ ਹੈ। ਪ੍ਰਗਾਸ ਪਿਆ ਜਸ ਜਨ ਕੈ। ਫਿਰ ਜਨ ਜਿਹੜੇ ਦਾਸ ਨੇ, ਗੁਰੂ ਘਰ ਦੇ ਸੇਵਕ ਸ਼ਰਧਾਲੂ, ਗੁਰਸਿੱਖ ਮਾਈ ਭਾਈ ਨੇ,
ਉਹਨਾਂ ਦੇ ਅੰਦਰ ਵਾਹਿਗੁਰੂ ਦੇ ਜਸ ਦਾ ਵੀ ਪ੍ਰਕਾਸ਼ ਹੋ ਗਿਆ। ਪਹਿਲਾਂ ਗੁਰੂ ਦਾ ਪ੍ਰਤਾਪ ਘਟਾਂ ਘਟਾਂ ਦੇ ਵਿੱਚ ਵਸਦਾ ਹੋਇਆ ਦਿਖਾਈ ਦਿੱਤਾ, ਫਿਰ ਗੁਰੂ ਕੇ ਜਸ ਦਾ ਪ੍ਰਕਾਸ਼ ਉਹਨਾਂ ਦੇ ਆਪਣੇ ਮਨ ਵਿੱਚ ਵੀ ਹੋ ਗਿਆ। ਇਕ ਪੜ੍ਹੈ ਸੁਣਹਿ ਗਾਵਹਿ ਪ੍ਰਭਾਤੇ ਕਰਹਿ ਇਸਨਾਨ। ਲੋ ਪਟ ਕਹਿ ਰਹੇ ਨੇ ਵੀ ਹੇ ਸਤਿਗੁਰੂ ਜੀ, ਇੱਕ ਐਸੇ ਵੀ ਗੁਰਸਿੱਖ ਨੇ ਪ੍ਰਭਾਤੇ ਕਰਹਿ ਇਸ਼ਨਾਨ। ਸਭ ਤੋਂ ਪਹਿਲਾਂ ਪ੍ਰਭਾਤ ਅੰਮ੍ਰਿਤ ਵੇਲੇ ਉੱਠ ਕੇ ਉਹ ਇਸ਼ਨਾਨ ਕਰਦੇ ਨੇ। ਕਿਉਂ? ਇਹ ਵੀ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਸਭ ਤੋਂ ਪਹਿਲਾਂ ਗੁਰਸਿੱਖ ਨੂੰ ਪ੍ਰਭਾਤ ਵੇਲੇ ਇਸ਼ਨਾਨ ਕਰਨ ਦਾ ਹੁਕਮ ਹੈ। ਅਤੇ ਇਸ਼ਨਾਨ ਕਰਕੇ ਗੁਰਸਿੱਖ ਕੀ ਕਰਦੇ ਨੇ? ਇੱਕ ਪੜ੍ਹਿਆ ਸੁਣਿਆ ਗਾਵਹਿ, ਇੱਕ ਸਤਿਗੁਰੂ ਦੀ ਬਾਣੀ ਪੜ੍ਹਦੇ ਨੇ, ਇੱਕ ਬੈਠ ਕੇ ਸੁਣਦੇ ਨੇ ਅਤੇ ਗਾਵਹਿ, ਅਤੇ ਕਈ ਉਸ ਗੁਰਬਾਣੀ ਨੂੰ ਗਾਉਂਦੇ ਵੀ ਨੇ। ਕਿਉਂਕਿ ਇਹ ਗੁਰੂ ਘਰ ਦੀ ਪਹਿਲਾਂ ਤੋਂ ਮਰਜ਼ਾਦਾ ਸੀ। ਅੰਮ੍ਰਿਤ ਵੇਲੇ ਨਿਤਨੇਮ ਕੀਤਾ ਜਾਂਦਾ ਸੀ। ਫਿਰ ਉਸ ਤੋਂ ਬਾਅਦ ਕੀਰਤਨ ਦੀ ਸੇਵਾ ਆਰੰਭ ਹੋ ਜਾਂਦੀ ਸੀ। ਸੰਗਤਾਂ ਬੈਠ ਕੇ ਬਾਣੀ ਨੂੰ ਸੁਣਦੀਆਂ ਅਤੇ ਨਾਲ ਪੜ੍ਹਦੀਆਂ ਅਤੇ ਰਾਗੀ ਸੰਕੀਰਤਨ ਕਰਦੇ। ਹੁਣ ਵੀ ਜਦੋਂ ਆਪਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ, ਉੱਥੇ ਅਖੰਡ ਪਾਠ ਨਿਰੰਤਰ ਚੱਲਦੇ ਨੇ। ਉੱਪਰਲੀ ਮੰਜ਼ਲ ਦੇ ਵਿੱਚ ਇੱਕ ਪੜ੍ਹੈ, ਉਹ ਗੁਰਸਿੱਖ ਬਾਣੀ ਪੜ੍ਹਦੇ ਹੀ ਰਹਿੰਦੇ ਨੇ। ਕਈ ਪ੍ਰੇਮੀ ਗੁਰਮੁਖ ਪਿਆਰੇ ਉੱਥੇ ਬੈਠ ਕੇ ਸੁਣਦੇ ਵੀ ਨੇ। ਫਿਰ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਜਾਂਦਾ। ਸਾਰਾ ਦਿਨ ਨਿਰੰਤਰ ਚੱਲਦਾ ਰਹਿੰਦਾ। ਅਤੇ ਫਿਰ ਰਾਤਰੀ ਦੇ ਸਮੇਂ ਅਨੁਸਾਰ ਉਸ ਦੀ ਸਮਾਪਤੀ ਹੁੰਦੀ ਆ ਅਤੇ ਬਾਣੀ ਦੇ ਪਾਠ ਉਵੇਂ ਚੱਲਦੇ ਰਹਿੰਦੇ ਨੇ। ਇਉਂ ਜਿਹੜੇ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਨੇ, ਸੁਣਦੇ ਨੇ ਅਤੇ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ। ਇਸਨਾਨ ਕਰਹਿ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰੰ। ਲਓ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਪਾਠ ਕਰ ਰਹੇ ਨੇ। ਜੋ ਕੁਝ ਉਹਨਾਂ ਨੇ ਤੱਕਿਆ ਨਾ, ਉਹ ਦੱਸ ਰਹੇ ਨੇ। ਇਸ਼ਨਾਨ ਕਰੈ ਪ੍ਰਭਾਤ ਸੁਧ ਮਨ। ਸਭ ਤੋਂ ਪਹਿਲਾਂ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ ਅਤੇ ਇਸ਼ਨਾਨ ਕਰਨ ਤੋਂ ਬਾਅਦ ਸੁਧ ਮਨ, ਆਪਣੇ ਮਨ ਨੂੰ ਸ਼ੁੱਧ ਪਵਿੱਤਰ ਕਰਦੇ ਨੇ ਸਿਮਰਨ ਦੇ ਨਾਲ, ਨਾਮ ਦੇ ਨਾਲ। ਗੁਰ ਪੂਜਾ ਬਿਦ ਸਹਿਤ ਕਰਨ, ਫਿਰ ਬਿਦ ਸਹਿਤ ਮਰਜ਼ਾਦਾ ਪੂਰਵਕ ਉਹ ਗੁਰੂ ਦੀ ਪੂਜਾ ਕਰਦੇ ਨੇ। ਇਹਦਾ ਮਤਲਬ ਇਹ ਹੈ, ਜਿੰਨੇ ਗੁਰਸਿੱਖ ਮਾਈ ਭਾਈ ਨੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਸਿਮਰਨ ਕਰਕੇ ਮਨ ਨੂੰ ਸ਼ੁੱਧ ਕਰਦੇ ਨੇ, ਇਸ਼ਨਾਨ ਕਰਕੇ ਤਨ ਨੂੰ ਪਵਿੱਤਰ ਕਰਦੇ ਨੇ ਅਤੇ ਨਾਮ ਜਪ ਕੇ ਮਨ ਨੂੰ ਪਵਿੱਤਰ ਕਰਦੇ ਨੇ। ਫਿਰ ਮਰਜ਼ਾਦਾ ਪੂਰਵਕ ਗੁਰੂ ਮਹਾਰਾਜ ਦੀ ਆ ਕੇ ਪੂਜਾ ਕਰਦੇ ਨੇ। ਭਾਵ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਨੀ, ਧੂਪ ਦੀਪ ਕਰਨਾ, ਭੇਟਾ ਅਰਪਣ ਕਰਨੀ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਪੜ੍ਹਨੀ, ਸੁਣਨੀ ਅਤੇ ਗੁਰਬਾਣੀ ਦੇ ਕੀਰਤਨ ਨਾਲ ਜੁੜਨਾ, ਇਹ ਗੁਰੂ ਦੀ ਪੂਜਾ ਹੀ ਹੈ। ਪੂਜਾ ਕੀਚੈ ਨਾਮ ਤੇ ਆਈਏ। ਅਤੇ ਇਸ ਤਰ੍ਹਾਂ ਬੜੀ ਮਰਜ਼ਾਦਾ ਪੂਰਵਕ ਸਾਰੇ ਗੁਰਸਿੱਖ ਗੁਰੂ ਦੀ ਪੂਜਾ ਕਰਦੇ ਹਨ। ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਧਰੰ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹ ਪਾਰਸ ਨੇ, ਜਿਨ੍ਹਾਂ ਨੂੰ ਪਰਸ ਕੇ ਕੰਚਨ ਤਨ ਹੋਏ ਗੁਰਸਿੱਖਾਂ ਦੇ ਤਨ ਸਰੀਰ ਕੰਚਨ ਸੋਨੇ ਵਾਂਗੂ ਸ਼ੁੱਧ, ਨਿਰਵਿਕਾਰ ਅਤੇ ਪਾਪਾਂ ਤੋਂ ਰਹਿਤ ਨਿਰਮਲ ਹੋ ਜਾਂਦੇ ਨੇ। ਜੋਤ ਸਰੂਪੀ ਧਿਆਨ ਧਰੰ, ਫਿਰ ਉਹ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਕਰਨ ਲੱਗ ਜਾਂਦੇ ਨੇ। ਭਾਵ ਗੁਰੂ ਪਾਰਸ ਦੀ ਪਰਸ ਕਲਾ ਨੂੰ ਪ੍ਰਾਪਤ ਕਰਕੇ ਗੁਰਸਿੱਖਾਂ ਦੇ ਤਨ ਅਤੇ ਮਨ ਸੋਨੇ ਵਾਂਗੂ ਸ਼ੁੱਧ, ਨਿਰਵਿਕਾਰ, ਨਿਸਪਾਪ ਹੋ ਜਾਂਦੇ ਨੇ। ਫਿਰ ਜੋਤ ਸਰੂਪੀ ਜੋ ਵਾਹਿਗੁਰੂ ਹੈ, ਉਹਦੇ ਵਿੱਚ ਧਿਆਨ ਟਿਕਾਉਂਦੇ ਹਨ।
ਜਗ ਜੀਵਨ ਜਗਨਨਾਥ ਜਲ ਥਲ ਮਹਿ ਰਹਿਆ ਪੂਰ ਬਹੁ ਵਿਦ ਵਰਣੰ। ਲੋਕ ਕਵੀ ਜੀ ਕਹਿੰਦੇ ਨੇ ਜਗ ਦਾ ਜੀਵਨ ਸਰੂਪ ਤੇ ਜਗ ਦਾ ਮਾਲਕ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਜਲ ਥਲ ਮੈਂ, ਉਹ ਜਲਾਂ ਥਲਾਂ ਦੇ ਵਿੱਚ ਰਹਿਆ ਪੂਰ, ਪਰਿਪੂਰਨ ਹੋ ਰਿਹਾ ਹੈ। ਬਹੁ ਵਿਦ ਵਰਣਨ, ਤੇ ਬਹੁਤ ਤਰ੍ਹਾਂ ਦੇ ਨਾਲ ਉਸ ਨੂੰ ਵਰਣਨ ਕਰਦੇ ਨੇ। ਭਾਵ ਜੋ ਸਰਵ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ, ਤੇ ਜਿਹੜੇ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਨੇ ਬਹੁਤ ਤਰ੍ਹਾਂ ਦੇ ਨਾਲ ਉਹਦਾ ਜਸ ਉਚਾਰਨ ਕਰਦੇ ਹਨ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ। ਵੀ ਗੁਰੂ ਦਾ ਅਰਥ ਹੈ ਪੂਜਨੀ, ਗੁਰੂ ਦਾ ਅਰਥ ਹੈ ਵੱਡੇ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਦੀ ਪਾਈ ਸੇਵਾ ਕਰੋ। ਅਲਖ ਗਤ ਜਾ ਕੀ, ਜਿਨ੍ਹਾਂ ਦੀ ਅਗਮ ਅਗਾਧ ਗਤੀ ਕਿਸੇ ਪਾਸੋਂ ਜਾਣੀ ਨਹੀਂ ਜਾ ਸਕਦੀ। ਸ੍ਰੀ ਰਾਮਦਾਸ ਤਾਰਨ ਤਰਣੰ, ਸ਼੍ਰੋਮਣੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਤਾਰਨ ਤਰਣੰ, ਉਹ ਭਵਸਾਗਰ ਤੋਂ ਤਾਰਨ ਵਾਸਤੇ ਤਰਣੰ ਜਹਾਜ਼ ਵਾਂਗ ਹਨ। ਜਿਨਹੂ ਬਾਤ ਨਿਹਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ। ਲੋ ਹੁਣ ਅੱਗੇ ਸਰਗੁਣ ਸਰੂਪ ਜੋ ਵਾਹਿਗੁਰੂ ਨੇ ਧਾਰਨ ਕੀਤੇ ਸਨ, ਤੇ ਉਹਨਾਂ ਦੀ ਨਾਲ ਹੀ ਮਹਿਮਾ ਵਡਿਆਈ ਉਚਾਰਨ ਕੀਤੀ ਜਾ ਰਹੀ ਹੈ। ਆਰੰਭ ਦੀ ਪੰਕਤੀ ਵਿੱਚ ਜਿਨੋਂ ਬਾਤ ਨਿਸ਼ਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ। ਜਿਨ੍ਹਾਂ ਨੇ ਧਰੂ ਭਗਤ ਵਾਂਗ, ਨਿਸ਼ਚਲ ਤੋਂ ਭਾਵ ਹੈ ਅਟਲ ਭਰੋਸਾ ਕਰਕੇ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਤ ਜੋ ਸਿੱਖਿਆ ਹੈ ਜਾਣੀ, ਉਸ ਨੂੰ ਜਾਣਿਆ, ਅਨੁਭਵ ਕੀਤਾ ਹੈ। ਭਾਵ ਅਟਲ ਭਰੋਸੇ ਦੇ ਨਾਲ ਧਰੂ ਭਗਤ ਵਾਂਗ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਭਰੋਸਾ ਕੀਤਾ ਹੈ, ਤੇਈ ਜੀਵ ਕਾਲ ਤੇ ਬਚਾ। ਫਿਰ ਉਹੀ ਜੀਵ ਪਾਈ ਕਾਲ ਤੋਂ ਬਚ ਗਿਆ। ਧਰੂ ਭਗਤ ਨੇ ਦ੍ਰਿੜ ਵਿਸ਼ਵਾਸ ਦੇ ਨਾਲ ਅਟਲ ਭਰੋਸਾ ਰੱਖ ਕੇ ਵਾਹਿਗੁਰੂ ਦੀ ਭਗਤੀ ਕੀਤੀ ਸੀ। ਜਦੋਂ ਧਰੂ ਭਗਤ ਜੰਗਲ ਨੂੰ ਤੁਰਿਆ, ਰਸਤੇ ਵਿੱਚ ਨਾਰਦ ਮੁਨੀ ਮਿਲਿਆ ਸੀ, ਤੇ ਨਾਰਦ ਮੁਨੀ ਨੇ ਆਖਿਆ, ਤੂੰ 5 ਸਾਲ ਦਾ ਬੱਚਾ ਹੈ, ਕਿੱਧਰ ਜਾ ਰਹੇ ਹੈ? ਕਹਿੰਦਾ ਮੈਂ ਭਗਤੀ ਕਰਨ ਵਾਸਤੇ ਜਾ ਰਹੇ ਹਾਂ। ਪਰਖ ਲਈ ਨਾਰਦ ਮੁਨੀ ਕਹਿਣ ਲੱਗਾ, ਤੂੰ ਹਾਲੇ ਬੜਾ ਛੋਟਾ ਹੈ, ਉਹ ਤੇ ਭੁੱਖਾ ਪਿਆਸਾ ਮਰ ਜਾਵੇਂਗਾ। ਕੋਈ ਖੂੰਖਾਰ ਦਰਿੰਦਾ ਜਾਨਵਰ, ਜੰਗਲੀ ਜਾਨਵਰ ਤੈਨੂੰ ਖਾ ਜਾਵੇਗਾ। ਅੱਗੋਂ ਧਰੂ ਭਗਤ ਕਹਿਣ ਲੱਗਾ, ਜਿਸ ਵਾਹਿਗੁਰੂ ਦੀ ਮੈਂ ਭਗਤੀ ਕਰਨ ਵਾਸਤੇ ਜਾ ਰਿਹਾ ਹਾਂ, ਕੀ ਉਹ ਮੇਰੀ ਰੱਖਿਆ ਨਹੀਂ ਕਰੇਗਾ? ਕੀ ਮੇਰੀ ਉਹ ਪਾਲਣਾ ਨਹੀਂ ਕਰੇਗਾ? ਇਹ ਦ੍ਰਿੜ ਵਿਸ਼ਵਾਸ ਦੇਖ ਕੇ ਨਾਰਦ ਮੁਨੀ ਹੈਰਾਨ ਹੋਇਆ। ਫਿਰ ਉਸਨੇ ਇਹਨੂੰ ਮੰਤਰ ਦਿੱਤਾ। ਕਹਿਣ ਲੱਗਾ, ਅੱਛਾ ਤੂੰ ਹੁਣ ਇਸ ਮੰਤਰ ਦਾ ਜਾਪ ਕਰੀਂ ਤੇ ਤੇਰਾ ਭਲਾ ਹੋਵੇਗਾ। ਫਿਰ ਇਹਨੇ ਬੜੇ ਭਰੋਸੇ ਦੇ ਨਾਲ ਜਾ ਕੇ ਉਸ ਨਾਮ ਦੀ ਕਮਾਈ ਕੀਤੀ। 4 ਮਹੀਨਿਆਂ ਦੇ ਅੰਦਰ ਅੰਦਰ ਇਸ ਨੇ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰ ਲਏ ਸਨ। ਇਸੇ ਲਈ ਧਰੂ ਭਗਤ ਦੀ ਮਿਸਾਲ ਦਿੱਤੀ ਹੈ, ਰਾਮ ਜਪਹੁ ਜੀ ਐਸੀ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਭਗਤ ਨੇ ਅਟਲ ਭਰੋਸੇ ਦੇ ਨਾਲ ਆਪਣੇ ਗੁਰੂ ਦੀ ਗੱਲ ਸੁਣੀ, ਉਹਦੇ ਉੱਤੇ ਭਰੋਸਾ ਕੀਤਾ, ਤੇ ਜਿਹੜਾ ਹੁਣ ਵੀ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਤੇ ਭਰੋਸਾ ਕਰੇਗਾ, ਉਹੀ ਜੀਵ ਕਾਲ ਤੋਂ ਬਚ ਸਕਦਾ ਹੈ। ਤਿਨ ਤਰਿਓ ਸਮੁਦਰ ਰੁਦਰ ਖਿਨ ਇਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ। ਲੋਕ ਕਵੀ ਜੀ ਕਹਿੰਦੇ ਨੇ, ਤਿੰਨ ਤਰਿਓ ਸਮੁੰਦਰ ਰੁਦਰ ਖਿਨ ਇਕ ਮੈਂ। ਰੁਦਰ ਦਾ ਅਰਥ ਹੈ ਭਿਆਨਕ। ਆ ਜਿਹੜਾ ਬੜਾ ਡਰਾਉਣਾ, ਬੜਾ ਭਿਆਨਕ ਸੰਸਾਰ ਸਮੁੰਦਰ ਹੈ, ਉਹ ਇਹ ਖਿੰਨ ਦੇ ਵਿੱਚ ਹੀ ਇਸ ਤੋਂ ਤਰ ਗਿਆ। ਜਿਹਨੇ ਗੁਰੂ ਦੀ ਬਾਣੀ ਤੇ ਗੁਰੂ ਦੇ ਬਚਨਾਂ ਤੇ ਭਰੋਸਾ ਕਰ ਲਿਆ, ਉਹ ਤਰਿਆ, ਦੂਜਾ ਨਹੀਂ। ਕਈ ਤਾਂ ਬਾਣੀ ਤੇ ਵੀ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਨੇ, ਉਹਨਾਂ ਦਾ ਭਲਾ ਨਹੀਂ ਹੋ ਸਕਦਾ। ਅੱਗੇ ਫਰਮਾਉਂਦੇ ਨੇ, ਜਲ ਹਰ ਬਿੰਬ ਜੁਗਤ ਜਗ ਰਚਾ।
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੀ ਸੰਸਾਰ ਦੀ ਰਚਨਾ ਕਿਵੇਂ ਕੀਤੀ। ਜਲ ਹਰ ਬਿੰਬ ਜੁਗਤ ਜਗ ਰਚਾ। ਜਿਵੇਂ ਪਾਣੀ ਤੋਂ ਬਿੰਬ ਦਾ ਅਰਥ ਹੈ ਬੁਲਬੁਲਾ ਉੱਠਦਾ ਹੈ ਅਤੇ ਫਿਰ ਉਹ ਪਾਣੀ ਵਿੱਚ ਹੀ ਸਮਾ ਜਾਂਦਾ ਹੈ। ਜੈਸੇ ਜਲ ਤੇ ਬੁਦਬੁਦਾ ਉਪਜਾ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਜਿਵੇਂ ਪਾਣੀ ਤੋਂ ਬੁਲਬੁਲਾ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਕੀਤੀ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਆਪਣੇ ਢੰਗ ਦੇ ਨਾਲ ਕੀਤਾ। ਜਲ ਹਰ ਬਿੰਬ, ਉਹ ਕਹਿੰਦਾ ਜਿਵੇਂ ਬੱਦਲਾਂ ਦੀ ਛਾਂ ਹੁੰਦੀ ਹੈ, ਬਿੰਬ ਦਾ ਅਰਥ ਛਾਂ ਕੀਤੀ, ਜਲ ਹਰ ਦਾ ਅਰਥ ਬੱਦਲ ਕੀਤਾ। ਜਿਵੇਂ ਬੱਦਲਾਂ ਦੀ ਛਾਂ ਅਨਿਸਤਰ ਹੁੰਦੀ ਹੈ, ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਰਚਿਆ ਹੈ ਇਹ ਵੀ ਨਾਸਵੰਤ ਹੈ। ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮੱਚਾ। ਜਿਹੜਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸਤਸੰਗਤ ਵਿੱਚ ਆ ਗਿਆ ਤੇ ਉਹਦੀ ਕੁੰਡਲਨੀ ਵੀ ਸੁਰਜ ਗਈ। ਕੁੰਡਲਨੀ ਤੋਂ ਭਾਵ ਹੈ ਜੋ ਕੁੰਡਲ ਮਾਰ ਕੇ ਬੈਠੀ ਹੈ, ਉਸ ਨੂੰ ਭੁਜੰਗਮਾ ਨਾੜੀ ਵੀ ਕਹਿੰਦੇ ਨੇ, ਉਹ ਉਹਨਾਂ ਦੀ ਸੁਲਝ ਜਾਂਦੀ ਹੈ। ਯੋਗ ਮਤ ਅਨੁਸਾਰ ਕੁੰਡਲਨੀ ਸਾਡੇ ਨਾਭੀ ਦੇ ਹੇਠਲੇ ਸਥਾਨ ਦੇ ਉੱਤੇ ਇੱਕ ਨਾੜੀ ਹੈ ਜੋ ਕੁੰਡਲ ਮਾਰ ਕੇ ਬੈਠੀ ਹੋਈ ਹੈ, ਅਤੇ ਯੋਗੀ ਲੋਕ ਪ੍ਰਾਣਾਯਾਮ ਕਰਕੇ ਉਸ ਕੁੰਡਲਨੀ ਨੂੰ ਜਗਾਉਂਦੇ ਨੇ। ਫਿਰ ਉਹ ਜਿਵੇਂ ਕਿਸੇ ਟਿਊਬ ਦੇ ਵਿੱਚ ਹਵਾ ਭਰ ਜਾਂਦੀ ਹੈ, ਉਸ ਨਾੜੀ ਦੇ ਵਿੱਚ ਯੋਗੀ ਲੋਕ ਪ੍ਰਾਣਾਯਾਮ ਕਰਕੇ ਅਤੇ ਉਸ ਨੂੰ ਜਗਾਉਂਦੇ ਨੇ। ਫਿਰ ਉਹ ਇੱਕ ਊਰਜਾ ਬਣ ਕੇ ਨਾਭੀ ਤੋਂ ਉੱਠਦੀ ਹੈ, ਖੜ ਚੱਕਰਾਂ ਨੂੰ ਵਿੰਨ ਕੇ 10ਵੇਂ ਦੁਆਰ ਤੱਕ ਉਹ ਪਹੁੰਚ ਜਾਂਦੀ ਹੈ। ਉਹਨੂੰ ਕੁੰਡਲਨੀ ਨਾੜੀ ਕਹਿੰਦੇ ਨੇ। ਜਿਹਦੇ ਅੰਦਰ ਉਹ ਕੁੰਡਲਨੀ ਨਾੜੀ ਜਾਂ ਭੁਜੰਗਮਾ ਨਾੜੀ ਜਾਗ ਪੈਂਦੀ ਹੈ, ਫਿਰ ਉਹਨੂੰ 10ਵੇਂ ਦੁਆਰ ਦੀ ਪ੍ਰਾਪਤੀ ਹੁੰਦੀ, ਉਹਨੂੰ ਪੂਰਨ ਯੋਗੀ ਆਖਿਆ ਜਾਂਦਾ ਹੈ। ਕੁੰਡਲਨੀ ਸੁਰਜੀ ਸਤ ਸੰਗਤ। ਪਰ ਮਹਾਰਾਜ ਜਿਹੜਾ ਤੁਹਾਡੀ ਸੰਗਤ ਵਿੱਚ ਆ ਗਿਆ, ਉਹਨੂੰ ਪ੍ਰਾਣਾਯਾਮ ਕਰਨ ਦੀ ਲੋੜ ਨਹੀਂ ਪਈ, ਯੋਗ ਸਾਧਨ ਕਰਨ ਦੀ ਕੋਈ ਲੋੜ ਨਹੀਂ ਪਈ। ਉਹ ਸਿਮਰਨ ਕਰਦਿਆਂ ਉਹਦੀ ਕੁੰਡਲਨੀ ਸੁਲਝ ਗਈ, ਜਾਗ ਪਈ। ਪਰਮਾਨੰਦ ਗੁਰੂ ਮੁਖ ਮੱਚਾ, ਅਤੇ ਉਸ ਨੂੰ ਪਰਮ ਆਨੰਦ ਦੀ ਦਾਤ ਪ੍ਰਾਪਤ ਹੋ ਗਈ। ਅਤੇ ਗੁਰੂ ਮੁਖ ਮੱਚਾ, ਗੁਰੂ ਰਾਹੀਂ ਉਸ ਪਰਮਾਨੰਦ ਦੀ ਖੁਮਾਰੀ ਦੇ ਵਿੱਚ ਮੱਚਾ ਦਾ ਅਰਥ ਵੀ ਉਹ ਤਦਾਕਾਰ ਹੋ ਗਿਆ। ਪਰਮਾਨੰਦ ਗੁਰੂ ਮੁਖ ਮੱਚਾ, ਗੁਰੂ ਦੀ ਕਿਰਪਾ ਦੁਆਰਾ ਉਸ ਪਰਮ ਆਨੰਦ ਦੀ ਅਵਸਥਾ ਦੇ ਵਿੱਚ ਮੱਚਾ ਦਾ ਅਰਥ ਮਸਤ ਹੋ ਗਿਆ। ਇਹ ਵੀ ਕੀਤਾ ਗਿਆ ਹੈ। ਅਥਵਾ ਕੁੰਡਲਨੀ ਸੁਰਜੀ ਸਤ ਸੰਗਤ। ਦੂਜਾ ਅਰਥ ਕੁੰਡਲਨੀ ਤੋਂ ਭਾਵ ਹੈ ਕੁੰਡਲ ਮਾਰ ਕੇ ਬਹਿਣ ਵਾਲੀ। ਉਹ ਕੀ ਹੈ? ਉਹ ਹੈ ਮਾਇਆ। ਇਸ ਮਾਇਆ ਦੇ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੋਇਆ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ, ਇਸ ਕੀ ਸੇਵਾ ਸੋ ਕਰੇ ਤਿਸ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਇਹ ਮਾਇਆ ਦਾ ਸੁਭਾਵ ਹੈ, ਇਹ ਵੀ ਸਪਣੀ ਵਾਂਗ ਹੈ। ਸਰਪਣੀ ਤੇ ਉਪਰਣੀ ਬਲੀਆ ਜਨ ਬ੍ਰਹਮਾ ਵਿਸ਼ਨ ਮਹਾਦੇਵ ਚਲੀਆ। ਇਹ ਸਭ ਦੇ ਅੰਦਰ ਕੁੰਡਲ ਮਾਰ ਕੇ ਬੈਠੀ ਹੈ। ਤਿੰਨ ਗੁਣ ਨੇ, ਰਜੋ ਸਤੋ ਤਮੋ। ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ। ਅਤੇ ਉਹਨਾਂ ਦੀ ਜਿਹੜੀ ਇਹ ਮਾਇਆ ਰੂਪੀ ਨਾਗਣੀ, ਰਜੋ ਸਤੋ ਤਮੋ, ਤਿੰਨ ਗੁਣਾਂ ਦੇ ਕੁੰਡਲ ਮਾਰ ਕੇ ਸਾਡੇ ਅੰਦਰ ਬੈਠੀ ਸੀ, ਉਹ ਵੀ ਸੁਰਜੀ ਦਾ ਅਰਥ ਸੁਲਝ ਗਈ। ਭਾਵ ਉਸ ਮਾਇਆ ਦੇ ਪ੍ਰਭਾਵ ਤੋਂ ਬਚ ਗਏ, ਜਿਨ੍ਹਾਂ 'ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋ ਗਈ। ਪਰਮਾਨੰਦ ਗੁਰੂ ਮੁਖ ਮੱਚਾ, ਅਤੇ ਫਿਰ ਉਹਨਾਂ ਨੂੰ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਹੋ ਗਈ। ਗੁਰੂ ਰਾਹੀਂ ਮੱਚਾ ਉਹਦੇ ਵਿੱਚ ਮਸਤ ਹੋ ਗਏ, ਤਦਾਕਾਰ ਹੋ ਗਏ। ਸ੍ਰੀ ਗੁਰੂ ਸਾਹਿਬ ਸਭ ਉਪਰ, ਮਨ ਬਚ ਕ੍ਰਮ ਸੇਵੀਐ ਸੱਚਾ। ਲੋਹਣ ਪੱਟ ਕਹਿ ਰਹੇ ਨੇ ਸ੍ਰੀ ਗੁਰੂ ਸਾਹਿਬ ਸਭ ਉੱਪਰ। ਸ਼੍ਰੀ ਸ਼੍ਰੋਮਣੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਭ ਉੱਪਰ, ਸਭ ਤੋਂ ਉੱਪਰ ਉੱਚੇ ਦਰਜੇ ਦੇ ਮਾਲਕ ਨੇ।
ਗੁਰੂ ਦਾ ਰੁਤਬਾ ਸਭ ਤੋਂ ਉੱਚਾ ਹੈ। ਗੁਰ ਜੈਸਾ ਨਾਹੀਂ ਕੋ ਦੇਵ। ਮਨ ਬਚ ਕਰਮ ਸੇਵੀਆ ਸੱਚਾ। ਮਨ ਕਰਕੇ, ਬਚ ਬਾਣੀ ਕਰਕੇ, ਕਰਮ ਸਰੀਰ ਕਰਕੇ ਵੀ ਸਾਨੂੰ ਉਹ ਸੱਚੇ ਸਤਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਵਾਹਿਗੁਰੂ 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 ਵਾਹਿ ਜੀਓ। ਲਓ ਹੁਣ ਗੁਰਬਾਣੀ ਵਿੱਚ ਕਈ ਕਹਿੰਦੇ ਨੇ ਵੀ ਵਾਹਿਗੁਰੂ ਨਾਮ ਨਹੀਂ ਆਇਆ, ਪਰ ਆਹ ਵੇਖੋ ਹੁਣ ਸਵਈਆਂ ਦੇ ਵਿੱਚ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਇੱਥੇ ਸਪਸ਼ਟ ਰੂਪ ਦੇ ਵਿੱਚ ਵਾਹਿਗੁਰੂ ਮੰਤਰ ਤੇ ਵਾਹਿਗੁਰੂ ਸ਼ਬਦ ਤੇ ਵਾਹਿਗੁਰੂ ਨਾਮ ਆ ਗਿਆ। ਇਹ ਸ਼ੰਕਾ ਕਰਨੀ ਨਿਰਮੂਲ ਹੈ ਵੀ ਗੁਰੂ ਬਾਣੀ ਵਿੱਚ ਵਾਹਿਗੁਰੂ ਨਾਮ ਨਹੀਂ ਆਇਆ। ਹੁਣ ਇੱਥੇ ਆ ਹੀ ਗਿਆ। ਦੂਜੀ ਸ਼ੰਕਾ ਕਈ ਲੋਕ ਇਹ ਵੀ ਕਰਦੇ ਹਨ ਬਈ ਜਿਹੜੀ ਸ਼੍ਰੀ ਮੁਖ ਵਾਕ ਬਾਣੀ ਹੈ ਉਹਦੇ ਵਿੱਚ ਨਹੀਂ ਆਇਆ, ਭੱਟਾਂ ਦੀ ਬਾਣੀ ਵਿੱਚ ਹੀ ਆਇਆ, ਜਾਂ ਭਾਈ ਗੁਰਦਾਸ ਜੀ ਨੇ ਲਿਖਿਆ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਸ਼ੰਕਾ ਤੇ ਫਿਰ ਉੱਥੇ ਦੀ ਉੱਥੇ ਖੜੀ ਹੈ ਵੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ 5 ਸਰੂਪਾਂ ਦੇ ਵਿੱਚ 9ਵੇਂ 10ਵੇਂ ਸਰੂਪ ਦੇ ਵਿੱਚ ਬਾਣੀ ਉਚਾਰਨ ਕੀਤੀ, ਉਹਦੇ ਵਿੱਚ ਵਾਹਿਗੁਰੂ ਨਾਮ ਨਹੀਂ ਆਇਆ। ਇਹਦੇ ਬਾਰੇ ਮਹਾਂਪੁਰਖ ਇੱਕ ਬੜੀ ਸੁੰਦਰ ਤੇ ਡੂੰਘੀ ਵਿਚਾਰ ਸਮਝਾਉਂਦੇ ਸਨ। ਉਹ ਕਹਿੰਦੇ ਨੇ ਗੁਰਬਾਣੀ ਦੁੱਧ ਹੈ ਤੇ ਵਾਹਿਗੁਰੂ ਮੰਤਰ ਮੱਖਣ ਵਾਂਗ ਹੈ। ਹੁਣ ਜਦੋਂ ਪਹਿਲਾਂ ਦੁੱਧ ਵਿੱਚ ਮੱਖਣ ਦਿਖਾਈ ਨਹੀਂ ਦਿੰਦਾ, ਜਦੋਂ ਆਪਾਂ ਦੁੱਧ ਚੋਨੇ ਹਾਂ ਆਪਾਂ ਨੂੰ ਦੁੱਧ ਹੀ ਦਿਖਾਈ ਦਿੰਦਾ, ਪਰ ਜਿਹੜਾ ਦੁੱਧ ਵਿੱਚ ਮੱਖਣ ਹੁੰਦਾ ਉਹ ਗੁਪਤ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਦੁੱਧ ਵਾਂਗ ਹੈ, ਇਹਦੇ ਵਿੱਚ ਮੱਖਣ ਵਾਂਗ ਜੋ ਵਾਹਿਗੁਰੂ ਮੰਤਰ ਹੈ ਉਹ ਆਲੋਪ ਹੈ, ਦਿਖਾਈ ਨਹੀਂ ਦਿੰਦਾ, ਉਹਦਾ ਪ੍ਰਾਗ ਭਾਵ ਹੈ। ਤੁਸੀਂ ਆਖੋਗੇ ਉਹ ਕਿਵੇਂ? ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਵਾਹਿਗੁਰੂ ਨਾਮ ਨੂੰ ਬੜੇ ਗੁਪਤ ਢੰਗ ਦੇ ਨਾਲ ਲਿਖਿਆ ਹੋਇਆ ਹੈ। ਉਹ ਕਿਵੇਂ? ਮਹਾਂਪੁਰਖ ਵਿਚਾਰ ਦੱਸਦੇ ਸਨ। ਵਾਹਿਗੁਰੂ ਵਾਹੀ ਸ਼ਬਦ ਗੁਰਬਾਣੀ ਵਿੱਚ ਅਨੇਕਾਂ ਵਾਰ ਆਇਆ ਤੇ ਗੁਰੂ ਸ਼ਬਦ ਵੀ ਅਨੇਕਾਂ ਵਾਰ ਆਇਆ। ਸ਼੍ਰੀ ਮੁਖ ਵਾਕ ਬਾਣੀ ਦੀ ਗੱਲ ਹੈ। ਤੇ ਹੁਣ ਤੁਸੀਂ ਵਾਹੇ ਤੇ ਗੁਰੂ ਸ਼ਬਦ ਨੂੰ ਜੋੜ ਲਵੋ, ਕੀ ਬਣੇਗਾ? ਵਾਹਿਗੁਰੂ ਬਣ ਜਾਂਦਾ ਨਾ, ਪਰ ਹੈ ਉਹ ਲੋਪ। ਵਿਚਾਰ ਦੇ ਨਾਲ ਉਸ ਨੂੰ ਪ੍ਰਗਟ ਕਰਨਾ ਪਵੇਗਾ। ਗੁਰਬਾਣੀ ਵਿੱਚ ਵਾਸਦੇਵ, ਹਰੀ ਨਾਮ, ਗੋਬਿੰਦ ਨਾਮ, ਰਾਮ ਨਾਮ ਆਏ ਨੇ। ਉਹਨਾਂ ਸਾਰਿਆਂ ਨੂੰ ਜੋੜ ਲਵੋ, ਵਾਸਦੇਵ, ਹਰੀ, ਗੋਬਿੰਦ ਤੇ ਰਾਮ ਨੂੰ, ਤੇ ਵਾਹਿਗੁਰੂ ਬਣ ਜਾਂਦਾ। ਇਹਦਾ ਮਤਲਬ ਗੁਪਤ ਰੂਪ ਹੋ ਕੇ ਬਾਣੀ ਵਿੱਚ ਨਾਮ ਆਇਆ। ਇਹ ਨਹੀਂ ਹੈ ਵੀ ਹੈ ਨਹੀਂ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸੁਮਾਣੀ, ਘਟ ਘਟ ਮਾਧੋ ਜੀਆ। ਇਹ ਸ਼ੰਕਾ ਕਰਨੀ ਨਿਰਮੂਲ ਹੈ। ਫਿਰ ਕਈ ਲੋਕ ਇਹ ਵੀ ਸ਼ੰਕਾ ਕਰਦੇ ਨੇ ਵੀ ਗੁਰੂ ਜਿਹੜੀ ਸ਼੍ਰੀ ਮੁਖ ਵਾਕ ਬਾਣੀ ਉਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਵਾਹਿਗੁਰੂ ਮੰਤਰ ਕਿਉਂ ਨਹੀਂ ਆਇਆ? ਇਹਦਾ ਕਾਰਨ ਮਹਾਂਪੁਰਖ ਇਉਂ ਦੱਸਦੇ ਸਨ, ਭਾਈ ਇਹ ਜਿਹੜਾ ਵਾਹਿਗੁਰੂ ਗੁਰ ਮੰਤਰ ਹੈ ਤੇ ਗੁਰਮੰਤਰ ਉਹਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਗੁਰੂ ਦਾ ਸਿੱਖ ਬਣੇ। ਜਿਹੜਾ ਗੁਰੂ ਦਾ ਸਿੱਖ ਨਹੀਂ ਨਾ ਬਣਦਾ ਤੇ ਉਹਨੂੰ ਗੁਰਮੰਤਰ ਨਹੀਂ ਪ੍ਰਾਪਤ ਹੋ ਸਕਦਾ। ਹੁਣ ਵੀ ਜਦੋਂ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ, ਗੁਰਮੰਤਰ ਉਹਨਾਂ ਨੂੰ ਦ੍ਰਿੜ ਕਰਵਾਇਆ ਜਾਂਦਾ, ਦੂਜਿਆਂ ਨੂੰ ਤਾਂ ਨਹੀਂ ਕਰਵਾਇਆ ਜਾਂਦਾ। ਇਹ ਇੱਕ ਅਸੂਲ ਹੈ, ਇੱਕ ਮਰਜ਼ਾਦਾ ਹੈ। ਬਾਣੀ ਸਰਬ ਸਾਂਝੀ ਹੈ ਤੇ ਬਾਣੀ ਕੋਈ ਵੀ ਪੜ੍ਹ ਸਕਦਾ ਹੈ, ਪਰ ਗੁਰਮੰਤਰ 5 ਪਿਆਰਿਆਂ ਤੋਂ ਲੈਣਾ ਪੈਂਦਾ। ਮਰਜ਼ਾਦਾ ਹੈ ਨਾ। ਬਾਣੀ ਤਾਂ ਅੰਮ੍ਰਿਤਧਾਰੀ, ਗੈਰ ਅੰਮ੍ਰਿਤਧਾਰੀ, ਸਿੱਖ ਵੀ ਗੈਰ ਸਿੱਖ ਵੀ ਪੜ੍ਹੀ ਜਾਂਦਾ, ਪਰ ਜਿਹੜਾ ਵਾਹਿਗੁਰੂ ਨਾਮ ਹੈ, ਵਾਹਿਗੁਰੂ ਗੁਰਮੰਤਰ ਹੈ, ਗੁਰੂ ਤੋਂ ਲੈਣਾ ਪੈਂਦਾ। ਇਹ ਅਧਿਕਾਰ ਗੁਰੂ ਕੋਲ ਹੀ ਹੈ ਗੁਰਮੰਤਰ ਦੇਣ ਦਾ, ਤੇ ਜਿਹੜਾ ਗੁਰੂ ਕੋਲੋਂ ਲਵੇਗਾ ਉਹ ਜਪੂਗਾ। ਹੁਣ ਇਹਨਾਂ ਭੱਟਾਂ ਨੇ ਵੀ ਗੁਰੂ
ਗੁਰੂ ਅਰਜਨ ਦੇਵ ਮਹਾਰਾਜ ਤੋਂ ਗੁਰਮੰਤਰ ਲਿਆ, ਫਿਰ ਉਹਨਾਂ ਨੇ ਆ ਉਚਾਰਨ ਕੀਤਾ। ਐਵੇਂ ਨਹੀਂ ਉਹ ਵਾਹਿਗੁਰੂ ਕਹਿਣ ਲੱਗ ਪਏ। ਉਹਨਾਂ ਨੇ ਗੁਰਮਤਿ ਨਾਮ ਨੂੰ ਮਰਜ਼ਾਦਾ ਅਨੁਸਾਰ ਪ੍ਰਾਪਤ ਕੀਤਾ ਸੀ। ਹੁਣ ਜਿਹਦਾ ਅਧਿਕਾਰ ਹੀ ਗੁਰੂ ਕੋਲ ਹੈ, ਅਤੇ ਫਿਰ ਉਹ ਗੁਰੂ ਮਹਾਰਾਜ ਨੇ ਉਸ ਨੂੰ ਰਾਖਵਾਂ ਰੱਖਿਆ। ਭਗਤਾਂ ਦੀ ਬਾਣੀ ਵਿੱਚ ਵਾਹਿਗੁਰੂ ਨਹੀਂ ਆਇਆ। ਭਗਤ ਵੀ ਰੱਬ ਦੇ ਪਿਆਰੇ ਸਨ, ਅਤੇ ਹੁਣ ਭੱਟਾਂ ਦੀ ਬਾਣੀ ਵਿੱਚ ਹੀ ਵਾਹਿਗੁਰੂ ਨਾਮ ਆਇਆ, ਗੁਰਮੰਤਰ ਆਇਆ ਹੈ। ਹੁਣ ਵਾਹਿਗੁਰੂ ਦੇ ਅਰਥ ਕੀ ਨੇ, ਆਪਾਂ ਇਹਨਾਂ ਦੀ ਥੋੜ੍ਹੀ ਜਿਹੀ ਵਿਚਾਰ ਕਰ ਲਈਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜੋ ਚੂੜਾਮਨ ਕਵੀ ਹੋਏ ਨੇ, ਉਹਨਾਂ ਨੇ ਵਾਹਿਗੁਰੂ ਦੇ ਅਰਥ ਇਉਂ ਕੀਤੇ ਨੇ, ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨਾ ਕੋਈ, ਗੋਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਆ ਜਨ ਚਿਤ। ਵਾਹੇ ਦਾ ਅਰਥ ਹੈ ਅਚਰਜ, ਤੇ ਗੁਰੂ ਦਾ ਅਰਥ ਹੋ ਗਿਆ ਗੋ, ਅਗਿਆਨ ਦਾ ਹਨੇਰਾ, ਰੂ ਪ੍ਰਕਾਸ਼। ਉਹ ਅਚਰਜ ਸਰੂਪ ਮੰਤਰ ਜਿਹੜਾ ਅਗਿਆਨ ਦੇ ਹਨੇਰੇ ਵਿੱਚ ਦੈਵੀ ਗਿਆਨ ਦਾ ਚਾਨਣ ਕਰ ਦੇਵੇ, ਉਹਨੂੰ ਵਾਹਿਗੁਰੂ ਮੰਤਰ ਕਹਿੰਦੇ ਨੇ। ਵਾਹਿਗੁਰੂ ਸ਼ਬਦ ਦੇ ਮਹਾਂਪੁਰਖ ਦੱਸਦੇ ਸਨ, ਇੱਕ ਵਿਦਵਾਨ ਨੇ 500 ਅਰਥ ਕੀਤੇ, 500 ਅਰਥ। ਇਹ ਵਾਹਿਗੁਰੂ ਮੰਤਰ ਇੰਨਾ ਸੂਖਮ ਤੇ ਇੰਨਾ ਡੂੰਘਾ ਹੈ, ਦੇਖਣ ਨੂੰ ਛੋਟਾ ਹੈ ਪਰ ਇਹਦੀ ਸ਼ਕਤੀ ਬਹੁਤ ਵੱਡੀ ਹੈ। ਬੋਹੜ ਦਾ ਬੀਜ ਦੇਖਣ ਲਈ ਛੋਟਾ ਹੁੰਦਾ ਹੈ, ਪਰ ਉਹਦੇ ਵਿੱਚ ਕਿੰਨੇ ਬੋਹੜ ਦੇ ਦਰਖਤ ਸਮਾਏ ਹੁੰਦੇ ਨੇ। ਵਾਹਿਗੁਰੂ ਮੰਤਰ ਇਹ ਸਾਰਿਆਂ ਤੋਂ ਸ਼੍ਰੋਮਣੀ ਹੈ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ 4 ਯੁੱਗਾਂ ਦੇ ਨਾਮ ਸਨ, ਵਾਸਦੇਵ ਸਤਯੁਗ ਦੇ ਵਿੱਚ ਜਪਦੇ ਸਨ, ਤ੍ਰੇਤੇ ਵਿੱਚ ਹਰੀ ਨਾਮ, ਦੁਆਪਰ ਵਿੱਚ ਗੋਬਿੰਦ, ਅਤੇ ਕਲਯੁਗ ਦਾ ਰਾਮ ਰਾਮ, ਇਹਨਾਂ 4 ਨੂੰ ਮਿਲਾ ਕੇ ਵਾਹਿਗੁਰੂ ਮੰਤਰ ਬਣਾਇਆ। ਜਦੋਂ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ, 4 ਯੁੱਗਾਂ ਦਾ ਜਾਪ ਹੋ ਜਾਂਦਾ ਹੈ। ਇਸ ਲਈ ਕਿੱਥੇ ਇੱਕ ਨਾਮ ਦਾ ਮਹਾਤਮ ਅਤੇ ਕਿੱਥੇ 4 ਦਾ ਇਕੱਠਾ ਪ੍ਰਾਪਤ ਹੋ ਜਾਣਾ ਬਹੁਤ ਵੱਡੀ ਗੱਲ ਹੈ। ਪਰ ਗੁਰੂ ਵਾਲੇ ਹੋ ਕੇ ਗੁਰਮੰਤਰ ਜਪਣਾ ਚਾਹੀਦਾ। ਲੋ ਭੱਟ ਕਹਿ ਰਹੇ ਨੇ, ਵਾਹਿਗੁਰੂ 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 ਵਾਹਿ ਜੀਓ। ਉਹ ਵਾਹਿਗੁਰੂ ਪਹਿਲਾਂ ਵੀ ਅਚਰਜ ਸੀ, ਹੁਣ ਵੀ ਅਚਰਜ ਹੈ, ਅੱਗੇ ਲਈ ਵੀ ਅਚਰਜ ਹੋਵੇਗਾ। ਵਾਹਿ ਜੀਓ ਸੰਧੀ ਕਾਲ ਦੇ ਵਿੱਚ ਵੀ ਉਹ ਵਾਹਿਗੁਰੂ ਅਚਰਜ ਹੈ। ਇਹ ਪਿਆਰੇ ਜੀਓ, ਅਥਵਾ ਤਿੰਨੇ ਕਾਲਾਂ ਵਿੱਚ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਅਚਰਜ ਰੂਪ ਹੈ, ਅਤੇ ਅਗਿਆਨ ਦੇ ਹਨੇਰੇ ਨੂੰ ਨਾਸ਼ ਕਰਕੇ ਦੇਵੀ ਗਿਆਨ ਦਾ ਚਾਨਣ ਕਰਨ ਵਾਲਾ ਹੈ। ਕਵਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸੈ, ਦਹੀਂ ਭਾਤ ਖਾਹੇ ਜੀਓ। ਲੋਣ ਪੱਟ ਪਹਿਲਾਂ ਤੇ ਵਾਹਿਗੁਰੂ ਮੰਤਰ ਦਾ ਜ਼ਿਕਰ ਕੀਤਾ, ਫਿਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੇ ਦੁਆਪਰ ਦੇ ਵਿੱਚ ਕ੍ਰਿਸ਼ਨ ਅਵਤਾਰ ਜਿਹੜਾ ਧਾਰਨ ਕੀਤਾ ਗਿਆ, ਉਹਦੇ ਵਿੱਚ ਵਾਹਿਗੁਰੂ ਦੀ ਕਲਾ ਵਰਤੀ। ਉਹ ਸਰੂਪ ਕਿਹੋ ਜਿਹਾ ਸੀ? ਉਹ ਇਹਨਾਂ ਭੱਟਾਂ ਦਾ ਇਸ਼ਟ ਸੀ। ਹੁਣ ਉਹਦੀ ਮਹਿਮਾ ਹੈ। ਕਵਲ ਨੈਣ, ਉਹਦੇ ਕਵਲ ਵਰਗੇ ਸੁੰਦਰ ਨੇਤਰ ਸਨ। ਮਦਰ ਬੈਣ, ਮਿੱਠੇ ਬੈਣ ਬੋਲ ਸਨ, ਬਾਣੀ ਬੜੀ ਮਿੱਠੀ ਸੀ। ਕੋਟ ਸੈਨ ਸੰਗ ਸੋਭ, ਕਰੋੜਾਂ ਯਾਦਵਾਂ ਦੀ ਸੈਨਾ, ਯਾਦਵਾਂ ਦੀ ਗਿਣਤੀ 56 ਕਰੋੜ ਮੰਨੀ ਗਈ ਹੈ। ਇਸ ਲਈ ਕੋਟ ਸੈਨ ਸੰਗ ਸੋਭ, ਕਰੋੜਾਂ ਯਾਦਵਾਂ ਦੀ ਸੈਨਾ ਉਹਨਾਂ ਦੇ ਨਾਲ ਫੱਬ ਰਹੀ ਸੀ। ਕਹਿਤ ਮਾਂ ਜਸੋਦ ਜਿਸੈ, ਜਿਸ ਦੀ ਮਾਤਾ ਦਾ ਨਾਮ ਜਸੋਦਾ ਆਖਿਆ ਜਾਂਦਾ ਹੈ। ਅਤੇ ਜਦੋਂ ਮਾਂ ਜਸੋਦਾ ਦੇ ਕੋਲ ਕ੍ਰਿਸ਼ਨ ਜੀ ਜਾਂਦੇ ਸਨ, ਦਹੀਂ ਪਾਂਤ ਖਾਹੇ ਜੀ, ਉਹ ਕਹਿੰਦੀ ਸੀ, ਆਓ ਪੁੱਤਰ ਜੀ, ਦਹੀਂ ਅਤੇ ਪਾਂਤ ਚੌਲ ਖਾਓ। ਉਹ ਦਹੀਂ ਅਤੇ ਚੌਲ ਉਹਨਾਂ ਨੂੰ ਖਵਾਇਆ ਕਰਦੀ ਸੀ। ਦਹੀਂ ਅਤੇ ਚੌਲ ਇਹ ਬੱਚਿਆਂ ਦੇ ਲਈ ਬਹੁਤ ਵਧੀਆ ਅਤੇ ਹਲਕੀ ਖੁਰਾਕ ਹੁੰਦੀ ਸੀ, ਛੇਤੀ ਹਜਮ ਹੋ ਜਾਂਦੇ ਸਨ। ਬੱਚਿਆਂ ਦਾ ਮਿਹਦਾ ਵੀ ਕਮਜ਼ੋਰ ਹੁੰਦਾ ਨਾ, ਇਸ ਲਈ ਦਹੀਂ ਚੌਲ ਇਹ ਬੱਚਿਆਂ ਨੂੰ ਖਵਾਏ ਜਾਂਦੇ ਸਨ। ਅਤੇ ਮਾਂ ਜਸੋਦਾ ਕ੍ਰਿਸ਼ਨ ਜੀ ਨੂੰ ਦਹੀਂ ਪਾਂਤ ਖਾਹੇ ਜੀ,
ਉਹ ਦਹੀਂ ਪਾਂਤ ਖਵਾਇਆ ਕਰਦੀ ਸੀ। ਹੀ ਪਿਆਰੇ ਜੀਓ, ਦੇਖ ਰੂਪ ਅਤ ਅਨੂਪ, ਮੋਹ ਮਹਾ ਮਗ ਭਈ। ਲਓ ਕਵੀ ਜੀ ਕਹਿੰਦੇ ਨੇ, ਜਸੋਦਾ ਮਾਂ ਕ੍ਰਿਸ਼ਨ ਜੀ ਦਾ ਸੁੰਦਰ ਰੂਪ ਦੇਖ ਕੇ ਆਤਾ ਰੂਪ ਜੋ ਬਹੁਤ ਬੇਮਿਸਾਲ ਲਾਸਾਨੀ ਸੋਹਣਾ ਸੀ, ਮੋਹ ਮਹਾ ਮਗ ਪਈ, ਉਹ ਪਰਮ ਮੋਹ ਦੇ ਵਿੱਚ, ਪਿਆਰ ਦੇ ਵਿੱਚ ਮਗਨ ਹੋ ਗਈ। ਭਾਵ ਜਦੋਂ ਮਾਂ ਜਸੋਦਾ ਕ੍ਰਿਸ਼ਨ ਜੀ ਨੂੰ ਵੇਖਦੀ ਸੀ ਤੇ ਉਹਨਾਂ ਨੂੰ ਦਹੀਂ ਚੌਲ ਛਕਾਉਂਦੀ ਸੀ, ਉਹਨਾਂ ਦੇ ਸਰੂਪ ਨੂੰ ਤੱਕ ਤੱਕ ਕੇ ਦੀਵਾਨੀ ਹੋ ਜਾਂਦੀ, ਮਗਨ ਹੋ ਜਾਂਦੀ, ਤੇ ਇਸ ਤਰ੍ਹਾਂ ਬੜੀ ਪ੍ਰਸੰਨ ਹੋ ਜਾਂਦੀ। ਕਿੰਕਨੀ ਸ਼ਬਦ ਝਣਤਕਾਰ ਖੇਲ ਪਾਹੇ ਜੀਓ। ਫਿਰ ਕ੍ਰਿਸ਼ਨ ਜੀ ਦੇ ਲੱਕ ਨੂੰ ਇੱਕ ਤੜਾਗੀ ਬੰਨੀ ਹੁੰਦੀ ਸੀ, ਕਿੰਕਨੀ, ਤੇ ਪੈਰਾਂ ਦੇ ਵਿੱਚ ਵੀ ਬੱਚਿਆਂ ਦੇ ਉਹ ਝਾਂਜਰਾਂ ਜੀਆਂ ਪਾ ਦਿੰਦੇ ਸਨ। ਜਦੋਂ ਕ੍ਰਿਸ਼ਨ ਭਗਵਾਨ ਜੀ ਬਾਲ ਅਵਸਥਾ ਵਿੱਚ ਖੇਡਦੇ ਤੇ ਦੌੜਦੇ ਸਨ, ਕਿੰਕਣੀ ਸ਼ਬਦ ਚੰਤਕਾਰ ਖੇਲ ਪਾਹੇ ਜੀਓ। ਜਿਹੜੀ ਕਿੰਕਣੀ ਦਾ ਅਰਥ ਹੈ ਉਹ ਤੜਾਗੀ ਬੰਨੀ ਹੋਈ ਸੀ, ਜਿਸ ਨੂੰ ਘੁੰਗਰੂ ਵੀ ਬੰਨੇ ਹੋਏ ਸਨ, ਤੇ ਫਿਰ ਉਹ ਨਾਲ ਛਣਕਦੇ। ਕਿੰਕਣੀ ਸ਼ਬਦ ਚੰਤਕਾਰ ਖੇਲ ਪਾਹੇ ਜੀ, ਜਦੋਂ ਖੇਡਦੇ ਸਨ, ਖੇਲ ਪਾਹੇ ਜਦੋਂ ਖੇਡਦੇ ਸਨ, ਦੌੜਦੇ ਸਨ, ਤੇ ਜਿਹੜੀ ਤੜਾਗੀ ਉਹਦੇ ਵਿੱਚੋਂ ਵੀ ਚੰਤਕਾਰ ਦੇ ਸ਼ਬਦ ਉੱਠਦੇ, ਭਾਵ ਘੁੰਗਰੂ ਖੜਕਦੇ ਸਨ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ। ਲੋਕ ਕਵੀ ਜੀ ਕਹਿੰਦੇ ਨੇ, ਕਾਲ ਕਲਮ, ਜਿਹੜੀ ਕਾਲ ਦੀ ਕਲਮ ਹੈ ਤੇ ਵਾਹਿਗੁਰੂ ਦੇ ਹੁਕਮ ਦੀ ਕਲਮ ਹੈ, ਇਹ ਵਾਹਿਗੁਰੂ ਦੇ ਹੱਥ ਵਿੱਚ ਫੜੀ ਹੋਈ ਹੈ, ਤੇ ਉਸ ਕਲਮ ਨੇ ਸਾਰੇ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਹੋਏ ਨੇ। ਸਭਨਾ ਲਿਖਿਆ ਬੁੜੀ ਕਲਾਮ, ਹਾਥ ਕਲਮ ਅਗਮ ਮਸਤਕ ਲੇਖਾਵਤੀ, ਕਹੋ ਕੌਣ ਮੇਟ ਸਕੈ। ਜਿਹੜੇ ਵਾਹਿਗੁਰੂ ਨੇ ਆਪਣੇ ਕਾਲ ਤੇ ਹੁਕਮ ਦੀ ਕਲਮ ਦੇ ਨਾਲ ਸਾਡੇ ਮੱਥੇ ਤੇ ਲੇਖ ਲਿਖੇ ਨੇ, ਦੱਸੋ ਉਹਨਾਂ ਨੂੰ ਕੌਣ ਮੇਟ ਸਕਦਾ? ਕੋਈ ਨਹੀਂ ਮੇਟ ਸਕਦਾ। ਲੇਖ ਨਾ ਮਿਟੀ ਹੈ ਸਕੀ, ਜੋ ਲਿਖਿਆ ਕਰਤਾਰ। ਈਸ ਬੰਮ ਗਿਆਨ ਧਿਆਨ, ਧਰਤ ਹੀ ਹੈ ਚਾਹੇ ਜੀਓ। ਈਸ ਦਾ ਅਰਥ ਹੈ ਸ਼ਿਵ ਜੀ, ਬੰਮ ਦਾ ਅਰਥ ਹੈ ਬ੍ਰਹਮਾ, ਤੇ ਨਾਲ ਵਿਸ਼ਨੂੰ ਦਾ ਵੀ ਗ੍ਰਹਿਣ ਕਰ ਲੈਣਾ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਤਿੰਨੇ ਦੇਵਤੇ ਤੇ ਬੜੇ ਚਾਅ ਦੇ ਨਾਲ ਆਪ ਜੀ ਦੇ ਗਿਆਨ ਤੇ ਧਿਆਨ ਨੂੰ ਹਿਰਦੇ ਵਿੱਚ ਧਾਰਨ ਕਰਦੇ ਹਨ। ਭਾਵ ਜਿਹੜੇ ਵੱਡੇ ਵੱਡੇ ਦੇਵਤੇ ਵੀ ਹਨ, ਉਹ ਵੀ ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਤੁਸੀਂ ਪਰਮੇਸ਼ਰ ਦਾ ਰੂਪ ਹੋ, ਤੇ ਜਿਹੜੇ ਯੁੱਗਾਂ ਦੇ ਅਵਤਾਰ ਹੋਏ ਨੇ ਉਹਨਾਂ ਵਿੱਚ ਵੀ ਤੁਹਾਡੀ ਕਲਾ ਵਰਤ ਰਹੀ ਹੈ। ਇਸੇ ਲਈ ਜਿੰਨੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਵਰਗੇ ਦੇਵਤੇ ਹਨ, ਉਹ ਵੀ ਬੜੀ ਤਾਂਘ ਦੇ ਨਾਲ, ਤੇ ਉਹ ਵੀ ਆਪ ਜੀ ਦੇ ਗਿਆਨ ਧਿਆਨ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦੇ ਨੇ, ਧਾਰਨ ਕਰਦੇ ਹਨ। ਸਤ ਸਾਚ ਸ੍ਰੀ ਨਿਵਾਸ, ਆਦ ਪੁਰਖ ਸਦਾ ਤੂਹੀ। ਲੋਕ ਕਵੀ ਜੀ ਕਹਿੰਦੇ ਨੇ, ਸਤ ਸਾਚ ਸ੍ਰੀ ਨਿਵਾਸ, ਸਤ ਨਿਸ਼ਚੇ ਕਰਕੇ ਸਾਚ, ਤੁਸੀਂ ਸੱਚ ਸਰੂਪ ਹੋ। ਸ੍ਰੀ ਨਿਵਾਸ, ਸ਼੍ਰੀ ਮਾਇਆ ਦਾ ਤੁਹਾਡੇ ਵਿੱਚ ਨਿਵਾਸ ਹੈ, ਮਾਇਆ ਤੁਹਾਡੇ ਹੁਕਮ ਦੇ ਅਧੀਨ ਹੈ, ਅਥਵਾ ਸ੍ਰੀ ਨਿਵਾਸ, ਸ਼੍ਰੀ ਸੋਭਾ ਤੁਹਾਡੇ ਵਿੱਚ ਨਿਵਾਸ ਕਰ ਰਹੀ ਹੈ। ਆਦ ਪੁਰਖ ਤੇ ਸੱਚੇ ਪਾਤਸ਼ਾਹ, ਤੁਸੀਂ ਆਦ ਪੁਰਖ ਸਾਰੇ ਸੰਸਾਰ ਦਾ ਮੂਲ ਰੂਪ ਹੋ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ, ਤੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋ। ਵਾਹਿਗੁਰੂ 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 ਵਾਹਿ ਜੀਓ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਹਮੇਸ਼ਾ ਲਈ ਤੁਸੀਂ ਪਹਿਲਾਂ ਵੀ ਵਾਹਿਗੁਰੂ ਦਾ ਸਰੂਪ ਸੀ, ਹੁਣ ਵੀ ਵਾਹਿਗੁਰੂ ਦਾ ਸਰੂਪ ਹੋ, ਤੇ ਅੱਗੇ ਲਈ ਵੀ ਤੁਸੀਂ ਵਾਹਿਗੁਰੂ ਦਾ ਸਰੂਪ ਹੋ। ਵਾਹਿ ਜੀਓ, ਤੁਸੀਂ ਧੰਨਤਾ ਯੋਗ ਹੋ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਸਾਰੇ ਜੀਵਾਂ ਦੇ ਵਿੱਚ, ਸਾਰੇ ਅਵਤਾਰਾਂ ਦੇ ਵਿੱਚ ਜਿੰਨੇ ਰਹਿਬਰ ਹੋਏ ਨੇ, ਉਹਨਾਂ ਵਿੱਚ ਵੀ ਤੁਹਾਡੀ ਹੀ ਕਲਾ ਵਰਤ ਰਹੀ ਹੈ। ਰਾਮ ਨਾਮ ਪਰਮ ਧਾਮ, ਸੁਧ ਬੁੱਧ ਨਿਰੀਕਾਰ। ਫਿਰ ਅੱਗੇ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਉਚਾਰਨ ਹੋ ਰਹੀ ਹੈ। ਰਾਮ ਨਾਮ, ਆਪ ਜੀ ਦਾ ਨਾਮ ਰਾਮ ਸਰਵ ਵਿਆਪਕ ਹੈ। ਪਰਮ ਧਾਮ, ਪਰਮ ਧਾਮ ਆਪ ਜੀ ਦਾ ਬੈਕੁੰਠ ਹੈ, ਉੱਥੇ ਤੁਸੀਂ ਨਿਵਾਸ ਕਰਦੇ ਹੋ। ਸੁਧ ਬੁੱਧ, ਤੁਹਾਡੀ ਬੁੱਧ ਬਹੁਤ ਪਵਿੱਤਰ ਹੈ।
ਅਥਵਾ ਬਹੁਤੋ ਅਰਥ ਬੋਧ ਤੁਹਾਡਾ ਗਿਆਨ ਬਹੁਤ ਨਿਰਮਲ ਹੈ। ਨਿਰੀਕਾਰ ਤੁਸੀਂ ਮਾਇਕੀ ਕਾਰਾਂ ਤੋਂ ਰਹਿਤ ਹੋ। ਬੇਸੁਮਾਰ ਸਰਬਰ ਕੋ ਕਾਹੇ ਜਿਉ। ਤੇ ਬੇਸ਼ੁਮਾਰ ਤੁਸੀਂ ਗਿਣਤੀ ਮਿਣਤੀ ਤੋਂ ਰਹਿਤ ਹੋ। ਭਾਵ ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ। ਬੇਅੰਤ ਗੁਣਾਂ ਦੇ ਮਾਲਕ ਹੋ। ਸਰਬਰ ਕੋ ਕਾਹੇ ਜਿਉ, ਆਪ ਜੀ ਦੇ ਸਰਬਰ ਦਾ ਅਰਥ ਹੈ ਬਰਾਬਰ। ਹੋਰ ਕੋਈ ਕਿਵੇਂ ਕਿਹਾ ਜਾ ਸਕਦਾ ਹੈ? ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਵਾਹਿਗੁਰੂ ਦਾ ਸਰੂਪ ਹੋ ਤੇ ਆਪ ਜੀ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੋ ਸਕਦਾ। ਸੋਥਰ ਚਿਤ ਭਗਤ ਹਿਤ ਭੇਖ ਧਰਿਓ ਹਰਨਾਕਸ ਹਰਿਓ ਨਖ ਬਿਦਾਰ ਜਿਉ। ਲੋ ਅੱਗੇ ਫੇਰ ਭੱਟ ਕਹਿ ਰਹੇ ਨੇ ਸੁਥਰ ਚਿਤ। ਸੁਥਰ ਚਿਤ ਤੋਂ ਭਾਵ ਹੈ ਸੁਥਰ ਸਾਫ ਸੁਥਰੇ ਚਿੱਤ ਵਾਲਾ ਭਗਤ ਕੌਣ ਹੋਇਆ? ਪ੍ਰਹਿਲਾਦ ਭਗਤ, ਜਿਹਦਾ ਪਿੱਛੇ ਵੀ ਜ਼ਿਕਰ ਆ ਚੁੱਕਿਆ। ਪਵਿੱਤਰ ਹਿਰਦੇ ਵਾਲਾ ਪ੍ਰਹਿਲਾਦ ਭਗਤ ਸੀ। ਉਹਦੇ ਵਾਸਤੇ ਭੇਖ ਧਰਿਓ। ਤੁਸੀਂ ਨਰਸਿੰਘ ਦਾ ਭੇਖ ਧਾਰਨ ਕੀਤਾ, ਨਰਸਿੰਘ ਦਾ ਸਰੂਪ ਧਾਰਨ ਕੀਤਾ ਤੇ ਫਿਰ ਕੀਤਾ ਕਿ ਹਰਨਾਕਸ਼ ਹਰਿਓ, ਹਰਨਾਕਸ਼ ਨੂੰ ਮਾਰਿਆ। ਕਿਵੇਂ ਮਾਰਿਆ? ਨਖ ਬਿਦਾਰ ਜੀਓ, ਨੋਹਾਂ ਦੇ ਨਾਲ ਪਾੜ ਕੇ ਉਸ ਦਾ ਕੀਰਤਨ ਸੋਹਿਲਾ ਪੜ੍ਹ ਦਿੱਤਾ। ਜਦੋਂ ਹਰਨਾਕਸ਼ ਪ੍ਰਹਿਲਾਦ ਨੂੰ ਮਾਰਨ ਲੱਗਿਆ ਸੀ, ਉਸਨੇ ਵਾਹਿਗੁਰੂ ਨੂੰ ਯਾਦ ਕੀਤਾ ਤੇ ਵਾਹਿਗੁਰੂ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਤੇ ਹਰਨਾਕਸ਼ ਦੀ ਰੱਖਿਆ ਕੀਤੀ। ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ। ਲੋ ਇਹ ਵਿਸ਼ਨੂੰ ਦਾ ਸਰੂਪ ਹੈ, ਜਾਂ ਇਉਂ ਕਹਿ ਦਿਓ ਜਿਹੜਾ ਸਨਾਤਨ ਧਰਮ ਗ੍ਰੰਥਾਂ ਦੇ ਵਿੱਚ ਪਰਮੇਸ਼ਰ ਦਾ ਸਰਗੁਣ ਸਰੂਪ ਮੰਨਿਆ ਹੈ, ਉਹਦਾ ਜ਼ਿਕਰ ਕਰਦੇ ਨੇ। ਸੰਖ ਚੱਕਰ ਗਦਾ ਪਦਮ, ਉਹ ਚਤੁਰਭੁਜੀ ਹੈ। ਇੱਕ ਹੱਥ ਵਿੱਚ ਸੰਖ ਪਕੜਿਆ ਹੋਇਆ ਹੈ ਜਿਹਦੇ ਵਿੱਚੋਂ ਵੇਦ ਨਿਕਲੇ ਸਨ। ਦੂਜੇ ਹੱਥ ਵਿੱਚ ਸੁਦਰਸ਼ਨ ਚੱਕਰ ਪਕੜਿਆ ਹੋਇਆ। ਤੀਜੇ ਹੱਥ ਵਿੱਚ ਕਮੁਦਨੀ ਗਦਾ ਪਕੜੀ ਹੋਈ ਹੈ। ਚੌਥੇ ਹੱਥ ਵਿੱਚ ਪਦਮ ਕਮਲ ਦਾ ਫੁੱਲ ਫੜਿਆ ਹੋਇਆ। ਆਪ ਕੀਓ ਸ਼ਦਮ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿਸ ਦੇ ਆ ਚਤੁਰਭੁਜੀ ਚਿੰਨ੍ਹ ਦਰਸਾਏ ਗਏ ਨੇ ਤੇ ਉਸ ਨੇ ਆਪਣੇ ਆਪ ਨੂੰ ਸ਼ਦਮ ਗੁਪਤ ਕੀਤਾ, ਆਲੋਪ ਕਰ ਦਿੱਤਾ, ਆਪਣੇ ਆਪ ਨੂੰ ਜਣਾਇਆ ਨਹੀਂ। ਤੇ ਜਾਂ ਇਹਦਾ ਦੂਜਾ ਅਰਥ ਇਹ ਵੀ ਕੀਤਾ ਆਪ ਕੀਓ ਸ਼ਦਮ, ਉਸ ਨੇ ਆਪਣੇ ਆਪ ਦੇ ਨਾਲ ਹੀ, ਸ਼ਦਮ ਦਾ ਅਰਥ ਹੈ ਇੱਕ ਛਲ ਕੀਤਾ। ਉਹ ਛਲ ਕਿਵੇਂ ਕੀਤਾ? ਬਲ ਰਾਜੇ ਨੂੰ ਛਲਣ ਵਾਸਤੇ 52 ਅਵਤਾਰ ਧਾਰਨ ਕੀਤਾ, ਆਪਣੇ ਆਪ ਨੂੰ ਛੁਪਾਈ ਰੱਖਿਆ। ਫਿਰ 2.5 ਕਰਮਾਂ ਧਰਤੀ ਮੰਗ ਲਈ। 2 ਕਰਮਾਂ ਦੇ ਵਿੱਚ ਮਾਤ ਲੋਕ ਤੇ ਸਵਰਗ ਲੋਕ ਮਿਣ ਦਿੱਤਾ ਤੇ ਅੱਧੇ ਕਰਮ ਦੇ ਵਿੱਚ ਇਹਦੀ ਦੇਹ ਨੂੰ ਮਿਣ ਕੇ ਇਹਨੂੰ ਪਤਾਲ ਦੇ ਵਿੱਚ ਭੇਜ ਦਿੱਤਾ ਬਲ ਰਾਜੇ ਨੂੰ। ਇਹ ਆਪਣੇ ਆਪ ਦੇ ਨਾਲ ਵੀ ਇੱਕ ਧੋਖਾ ਸੀ। ਤੇ ਜਦੋਂ ਬਲ ਰਾਜੇ ਨੂੰ, ਇਹ ਦੈਂਤਾਂ ਦਾ ਰਾਜਾ ਸੀ, ਪਤਾਲ ਦੇ ਵਿੱਚ ਧਸਾ ਕੇ 52 ਅਵਤਾਰ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ, ਉਹ ਆਉਣ ਲੱਗਿਆ ਤੇ ਉਹਨੇ ਚਰਨ ਫੜ ਲਏ। ਕਹਿਣ ਲੱਗਾ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ, ਮੈਨੂੰ 2.5 ਕਰਮਾਂ ਜਗ੍ਹਾ ਦੇ ਦਿਓ ਤੇ ਮੈਂ ਉੱਥੇ ਬੈਠ ਕੇ ਤੁਹਾਡੇ ਦਰ ਦੇ ਮੂਹਰੇ ਰੱਬ ਦੀ ਭਗਤੀ ਕਰਾਂਗਾ। ਮੈਂ ਹੁਣ ਤੁਹਾਨੂੰ ਜਾਣ ਨਹੀਂ ਦੇਣਾ, ਆਪਣਾ ਬਚਨ ਪੂਰਾ ਕਰੋ। ਗਿਆ ਤਾਂ ਬਲਰਾਜੇ ਨੂੰ ਛਲਣ ਵਾਸਤੇ ਸੀ, ਪਰ ਆਪ ਛਲਿਆ ਗਿਆ। ਉਹ ਕੌਣ ਸੀ? ਸੰਖ ਚੱਕਰ ਗਦਾ ਪਦਮ ਜੀ ਦੇ ਇਹ ਚਿੰਨ੍ਹ ਨੇ, ਵਿਸ਼ਨੂੰ ਦਾ ਅਵਤਾਰ 52। ਉਹਨੇ ਆਪਣੇ ਆਪ ਦੇ ਨਾਲ ਹੀ ਛਲ ਕਰ ਲਿਆ। ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜੀ, ਉਹ ਵਾਹਿਗੁਰੂ ਅਪਰੰਪਰ, ਅਪਰ ਪ੍ਰਕਿਰਤੀ ਤੋਂ ਪਰੇ ਹੈ। ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ। ਲਖੈ ਕੌਣ ਤਾਹੇ ਜੀਓ, ਉਸ ਦੀ ਅਗਮਾ ਅਗਾਧ ਗਤੀ ਨੂੰ ਕੌਣ ਜਾਣ ਸਕਦਾ ਹੈ? ਪਿਆਰੇ ਜੀਓ, ਕੋਈ ਵੀ ਨਹੀਂ ਜਾਣ ਸਕਦਾ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂਹੀ। ਲੋ ਭੱਟ ਕਹਿ ਰਹੇ ਨੇ, ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਸਤ ਨਿਸ਼ਚੇ ਕਰਕੇ ਤੁਸੀਂ ਸੱਚ ਸਰੂਪ ਹੋ। ਤੁਹਾਡੇ ਵਿੱਚ ਹੀ ਸ੍ਰੀ ਨਿਵਾਸ, ਲక్ష్ਮੀ ਦਾ ਨਿਵਾਸ ਹੈ ਅਥਵਾ ਸੋਭਾ ਦਾ ਨਿਵਾਸ ਹੈ। ਆਦ ਪੁਰਖ ਸਦਾ ਤੂਹੀ,
ਤੁਸੀਂ ਸਾਰੇ ਸੰਸਾਰ ਦਾ ਮੂਲ ਕਾਰਨ ਹੋ ਹਮੇਸ਼ਾ ਲਈ, ਤੇ ਫਿਰ ਤੁਸੀਂ ਕੌਣ ਹੋ? ਵਾਹਿਗੁਰੂ 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 ਵਾਹਿ ਜੀਓ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਹੀ ਪਹਿਲਾਂ ਵਾਹਿਗੁਰੂ ਦਾ ਸਰੂਪ ਸੀ, ਹੁਣ ਵੀ ਤੁਸੀਂ ਵਾਹਿਗੁਰੂ ਦਾ ਸਰੂਪ ਹੋ, ਤੇ ਅੱਗੇ ਲਈ ਵੀ ਤੁਸੀਂ ਵਾਹਿਗੁਰੂ ਦਾ ਸਰੂਪ ਹੋ, ਤੇ ਹਮੇਸ਼ਾ ਲਈ ਵਾਹਿ ਜੀਓ। ਤੁਸੀਂ ਧੰਨਤਾ ਯੋਗ ਹੋ, ਤੇ ਤੁਹਾਨੂੰ ਹਮੇਸ਼ਾ ਲਈ ਧੰਨ ਧੰਨ ਕਹਿਣਾ ਬਣਦਾ ਹੈ। ਪੀਤ ਬਸਨ ਕੁੰਦ ਦਸਨ ਪ੍ਰੈ ਸਹਿਤ ਕੰਠ ਮਾਲ। ਲਓ ਹੁਣ ਫੇਰ ਅੱਗੇ ਉਸ ਸਰਗੁਣ ਸਰੂਪ ਦੇ ਵਿੱਚ ਹੀ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਉਚਾਰਨ ਹੋ ਰਹੀ ਹੈ। ਕਿਉਂ? ਇਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਵਿੱਚੋਂ ਉਹ ਸਰੂਪ, ਇਹਨਾਂ ਦੀ ਭਾਵਨਾ ਸੀ, ਉਹ ਦਰਸ਼ਨ ਹੋ ਰਹੇ ਨੇ। ਕੀ ਕਹਿੰਦੇ ਨੇ? ਪਟ ਪੀਤ ਬਸਨ, ਮਹਾਰਾਜ ਤੁਹਾਡੇ ਪੀਲੇ ਰੰਗ ਦੇ ਬਸਤਰ ਪਾਏ ਹੋਏ ਨੇ। ਕੁੰਦ ਦਸਨ, ਦਸਨ ਤੁਹਾਡੇ ਦੰਦ, ਕੁੰਦ ਦਾ ਅਰਥ ਹੈ ਇੱਕ ਮਰਤਬਾਨ ਦੀ ਕਲੀ ਦਾ ਫੁੱਲ, ਬੜਾ ਚਿੱਟਾ ਹੁੰਦਾ, ਬੜਾ ਸੋਹਣਾ ਹੁੰਦਾ। ਉਸ ਚਿੱਟੀ ਕਲੀ ਵਰਗੇ ਤੁਹਾਡੇ ਸੋਹਣੇ ਦੰਦ ਨੇ। ਪ੍ਰਿਆ ਸਹਿਤ, ਤੇ ਤੁਹਾਡੀ ਪ੍ਰਿਆ ਪਿਆਰੀ ਲక్ష్ਮੀ, ਉਹ ਵੀ ਤੁਹਾਡੇ ਨਾਲ ਹੈ। ਅਥਵਾ ਕ੍ਰਿਸ਼ਨ ਜੀ ਦਾ ਰਾਧਿਕਾ ਨਾਲ ਪ੍ਰੇਮ ਸੀ, ਪ੍ਰਿਆ ਸਹਿਤ ਰਾਧਿਕਾ ਸਹਿਤ ਰਾਧਾ ਕ੍ਰਿਸ਼ਨ, ਉਹ ਤੁਹਾਡੇ ਨਾਲ ਹੈ। ਕੰਠ ਮਾਲ, ਤੇ ਤੁਹਾਡੇ ਗਲ ਦੇ ਵਿੱਚ ਮਾਲ, ਬਜੰਤੀ ਮਾਲਾ ਪਾਈ ਹੋਈ ਹੈ, ਜਿਹੜੀ 6 ਕਿਸਮ ਦੇ ਮੋਤੀਆਂ ਦੀ ਬਣੀ ਹੋਈ ਦੱਸੀ ਜਾਂਦੀ ਹੈ। ਇਹ ਵਿਸ਼ਨੂੰ ਦੇ ਗਲ ਦੇ ਵਿੱਚ ਹੀ, ਹੋਰ ਨਹੀਂ ਕਿਸੇ ਦੇ ਕੋਲ ਹੈਗੀ। ਬਾਂਸੀ ਸੀਪੀ ਸੂਕਰੀ ਗਿਰੀ ਕਰੀ ਮਠ ਸਾਲ, ਇਹ ਖੱਟ ਮੋਤੀ ਪੋਈਆ ਬਣਿਆ ਬਜੰਤੀ ਮਾਲ। ਇਹ 6 ਕਿਸਮ ਦੇ ਮੋਤੀਆਂ ਤੋਂ ਮਾਲਾ ਬਣੀ ਹੈ, ਉਹ ਤੁਹਾਡੇ ਗਲ ਵਿੱਚ ਪਾਈ ਹੋਈ ਹੈ। ਮੁਕਟ ਸੀਸ ਮੋਰ ਪੰਖ ਚਾਹੇ ਜੀਓ। ਫਿਰ ਤੁਹਾਡੇ ਸੀਸ ਸਿਰ ਉੱਤੇ ਮੋਰਾਂ ਦੇ ਖੰਭ ਦਾ ਮੁਕਟ ਤਾਜ, ਉਹ ਸਜਾਇਆ ਹੋਇਆ, ਤੇ ਚਾਹੇ ਜੀਓ, ਇਹ ਬੜਾ ਚੰਗਾ ਲੱਗਦਾ, ਤੇ ਤੁਸੀਂ ਵੀ ਬੜੀ ਇੱਛਾ ਦੇ ਨਾਲ ਮੋਰਾਂ ਦੇ ਖੰਭਾਂ ਦਾ ਮੁਕਟ ਤਾਜ ਆਪਣੇ ਸਿਰ ਉੱਤੇ ਸਜਾਉਂਦੇ ਹੋ। ਹੇ ਪਿਆਰੇ ਜੀ, ਇਉਂ ਉਹਨਾਂ ਭੱਟਾਂ ਨੂੰ ਆਪਣੇ ਇਸ਼ਟ ਦੇ ਗੁਰੂ ਮਹਾਰਾਜ ਦੇ ਵਿੱਚੋਂ ਦਰਸ਼ਨ ਹੋ ਰਹੇ ਨੇ, ਤੇ ਉਸ ਢੰਗ ਦੇ ਨਾਲ ਹੀ ਇਹ ਸਿਫਤ ਕਰ ਰਹੇ ਹਨ। ਬੇਵਜੀਰ ਵੱਡੇ ਤੀਰ ਧਰਮ ਅੰਗ ਅਲਖ ਅਗਮ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੇਵਜੀਰ, ਤੁਸੀਂ ਐਸੇ ਸ਼ਹਿਨਸ਼ਾਹ ਹੋ, ਐਸੇ ਪਾਤਸ਼ਾਹ ਹੋ, ਤੁਹਾਡਾ ਵਜ਼ੀਰ ਕੋਈ ਨਹੀਂ ਹੈ ਬਿਨਾਂ ਵਜ਼ੀਰ ਤੋਂ। ਆਪੇ ਵੱਡ ਪਾਤਸ਼ਾਹ ਹੋ, ਆਪ ਵਜ਼ੀਰ ਟਿਆ, ਆਪੇ ਵਜ਼ੀਰ ਤੇ ਆਪੇ ਤੁਸੀਂ ਬਾਦਸ਼ਾਹ ਹੋ। ਵੱਡੇ ਤੀਰ, ਬੜੇ ਧੀਰਜ ਵਾਲੇ ਹੋ। ਧਰਮ ਅੰਗ, ਧਰਮ ਦਾ ਅੰਗ ਪੱਕ ਕਰਨ ਵਾਲੇ ਹੋ, ਅਥਵਾ ਧਰਮ ਅੰਗ, ਧਰਮ ਦਾ ਅੰਗ ਸਰੂਪ ਹੋ। ਅਲਖ, ਬੁੱਧੀ ਕਰਕੇ ਲਖੇ ਨਹੀਂ ਜਾ ਸਕਦੇ। ਅਗਮ, ਮਨ ਦੀ ਗਮਤਾ ਤੋਂ ਵੀ ਪਰੇ ਹੋ। ਖੇਲ ਕੀਆ ਆਪਣੈ ਉਸ਼ਾਹੇ ਜੀਓ। ਹੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਉਤਸ਼ਾਹੇ ਦਾ ਅਰਥ ਹੈ ਬੜੇ ਉਤਸ਼ਾਹ ਦੇ ਨਾਲ, ਬੜੇ ਉਲਾਸ ਤੇ ਹੁਲਾਸ ਦੇ ਨਾਲ ਤੁਸੀਂ ਇਹ ਖੇਲ ਬਣਾਇਆ ਹੈ। ਆਵਨ ਜਾਣ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਅਥਵਾ ਆ ਜਿਹੜਾ ਸੰਸਾਰ ਦਾ ਖੇਲ ਤਮਾਸ਼ਾ ਹੈ, ਇਹ ਵੀ ਤੁਸੀਂ ਆਪ ਹੀ ਬਣਾਇਆ ਹੈ। ਦੂਜੇ ਪਾਸੇ ਜੋ ਗੁਰੂ ਸਰੂਪ ਧਾਰਨ ਕਰਕੇ ਮਹਾਨ ਪਰਉਪਕਾਰ ਕਰ ਰਹੇ ਹੋ, ਇਹ ਵੀ ਖੇਡ, ਇਹ ਵੀ ਤਮਾਸ਼ਾ, ਇਹ ਵੀ ਕੌਤਕ ਤੁਸੀਂ ਆਪ ਹੀ ਬਣਾਇਆ ਹੈ। ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿਆ ਸਮਾਏ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਉਸ ਵਾਹਿਗੁਰੂ ਦਾ ਸਰੂਪ ਹੋ। ਹੁਣ ਨਿਰਗੁਣ ਸਰੂਪ ਦੇ ਵਿੱਚ ਮਹਿਮਾ ਹੋ ਰਹੀ ਹੈ। ਅਕਥ ਕਥਾ, ਤੁਹਾਡੀ ਪ੍ਰੇਮ ਦੀ ਅਕਥ ਕਥਾ ਹੈ, ਕਥੀ ਨਾ ਜਾਏ, ਬਿਆਨ ਨਹੀਂ ਕੀਤੀ ਜਾ ਸਕਦੀ। 3 ਲੋਕ ਰਹਿਆ ਸਮਾਏ, ਤੁਸੀਂ ਮਹਾਰਾਜ ਤਿੰਨੇ ਲੋਕਾਂ ਦੇ ਵਿੱਚ ਹੀ ਸਮਾ ਰਹੇ ਹੋ। ਭਾਵ ਮਾਤ ਲੋਕ ਵਿੱਚ ਵੀ, ਪਾਤਾਲ ਲੋਕ ਦੇ ਵਿੱਚ ਵੀ, ਤੇ ਦੇਵ ਲੋਕ ਦੇ ਵਿੱਚ ਵੀ, ਤਿੰਨੇ ਲੋਕਾਂ ਵਿੱਚ ਤੁਹਾਡੀ ਜੋਤ ਪਰਿਪੂਰਨ ਹੋ ਰਹੀ ਹੈ। ਸੁਤ ਹੈ ਸਿੱਧ ਰੂਪ ਧਰਿਓ ਸਾਹਨ ਕੈ ਸਾਹੇ ਜੀਓ। ਹੇ ਵਾਹਿਗੁਰੂ ਜੀ, ਤੁਸੀਂ ਹੈ ਤੇ ਆਪ ਨਿਰਗੁਣ ਸਰੂਪ ਦੇ ਵਿੱਚ ਨਿਰਾਕਾਰ ਸਰੂਪ ਹੋ, ਪਰ ਸੁਤੇ ਸਿੱਧ ਰੂਪ ਧਰਿਓ। ਫਿਰ ਸੁਤੇ ਸਿੱਧ ਆਪਣੀ ਇੱਛਾ ਅਨੁਸਾਰ, ਆਪਣੀ ਮੌਜ ਵਿੱਚ ਤੁਸੀਂ ਸਰਗੁਣ ਸਰੂਪ ਵੀ ਧਾਰਨਾ ਕੀਤਾ ਹੈ। ਸ਼ਾਹਨ ਕੈ ਸ਼ਾਹੇ ਜੀਓ, ਤੁਸੀਂ ਮਹਾਰਾਜ ਸ਼ਾਹਾਂ ਦੇ ਸ਼ਾਹ ਹੋ।
ਪਾਤਸ਼ਾਹ ਦੇ ਪਾਤਸ਼ਾਹ ਹੋ, ਸ਼ਾਹੇ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਹੋ। ਇਉਂ ਇਹ ਭੱਟ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਉਚਾਰਨ ਕਰ ਰਹੇ ਹਨ। ਸਤ ਸਾਚ ਸ੍ਰੀ ਨਿਵਾਸ, ਆਦ ਪੁਰਖ ਸਦਾ ਤੂਹੀ। ਸਤ ਸਾਚ, ਸਤ ਨਿਸ਼ਚੇ ਕਰਕੇ ਤੁਸੀਂ ਸੱਚ ਸਰੂਪ ਹੋ। ਸ੍ਰੀ ਨਿਵਾਸ ਤੁਹਾਡੇ ਵਿੱਚ ਲక్ష్ਮੀ ਦਾ, ਸੋਭਾ ਦਾ ਨਿਵਾਸ ਹੈ। ਆਦ ਪੁਰਖ ਸਾਰੇ ਸੰਸਾਰ ਦਾ ਕਾਰਨ ਸਰੂਪ ਹੋ, ਮੂਲ ਸਰੂਪ ਹੋ। ਹਮੇਸ਼ਾ ਲਈ ਤੁਸੀਂ ਮਹਾਰਾਜ ਸਾਰੇ ਥਾਵਾਂ ਤੇ ਪਰਿਪੂਰਨ ਹੋ ਰਹੇ ਹੋ। ਵਾਹਿਗੁਰੂ 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 ਵਾਹਿ ਜੀਓ। ਐ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਪਹਿਲਾਂ ਵੀ ਭੂਤਕਾਲ ਦੇ ਵਿੱਚ ਵੀ ਤੁਸੀਂ ਵਾਹਿਗੁਰੂ ਦਾ ਸਰੂਪ ਸੀ, ਹੁਣ ਵੀ ਵਾਹਿਗੁਰੂ ਦਾ ਸਰੂਪ ਹੋ ਤੇ ਅੱਗੇ ਲਈ ਵੀ ਵਾਹਿਗੁਰੂ ਦਾ ਸਰੂਪ ਹੋਵੋਗੇ। ਇਸ ਲਈ ਤੁਹਾਨੂੰ ਵਾਹੇ ਵਾਹੇ ਸਾਰੇ ਵਾਹ ਵਾਹ ਕਹਿ ਕੇ, ਧੰਨ ਧੰਨ ਕਹਿ ਕੇ ਸਾਰੇ ਤੁਹਾਡੀ ਸਿਫਤ ਸਲਾਹ ਕਰ ਰਹੇ ਨੇ ਤੇ ਅਸੀਂ ਵੀ ਆਪ ਜੀ ਦੀ ਮਹਿਮਾ ਉਚਾਰਨ ਕਰ ਰਹੇ ਹਾਂ। ਇਉਂ ਭੱਟਾਂ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅੰਤ ਮਹਿਮਾ ਉਚਾਰਨ ਕੀਤੀ ਹੈ ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਲਿਖਿਆ ਹੋਇਆ ਹੈ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਤਾਰਜਨ ਸਗਲੀ ਮੋਹੀ। ਕਦੇ ਵਾਹਿਗੁਰੂ ਨਿਰਗੁਣ ਸਰੂਪ ਦੇ ਵਿੱਚ ਵਰਤਦਾ ਹੈ ਤੇ ਕਦੇ ਨਿਰਗੁਣ ਤੋਂ ਸਰਗੁਣ ਥੀ ਆ, ਸਰਗੁਣ ਸਰੂਪ ਵੀ ਧਾਰਨ ਕਰਦਾ। ਸਾਡੇ ਗੁਰਮਤਿ ਦੇ ਸਿਧਾਂਤ ਮੁਤਾਬਕ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਨੇ। ਤੇ ਹੁਣ ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਬਿਰਾਜਮਾਨ ਨੇ। ਪਰ ਜਿਹੜੇ ਭੱਟ ਲੋਕ ਆਏ ਨੇ, ਇਹ ਸਨਾਤਨ ਮਤ ਦੇ ਪੈਰੋਕਾਰ ਸਨ, ਅਨਿਆਈ ਸਨ। ਇਹਨਾਂ ਦੀ ਪਹਿਲੇ ਅਵਤਾਰਾਂ 'ਤੇ ਵੀ ਸ਼ਰਧਾ ਸੀ ਤੇ ਇਹਨਾਂ ਨੂੰ ਉਹਨਾਂ ਦੇ ਵਿੱਚ ਵੀ ਗੁਰੂ ਮਹਾਰਾਜ ਦੀ ਕਲਾ ਵਰਤਦੀ ਹੋਈ ਦਿਖਾਈ ਦਿੱਤੀ ਹੈ। ਇਸੇ ਲਈ ਇਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਰਾਮ, ਕ੍ਰਿਸ਼ਨ ਆਦਿਕ ਅਵਤਾਰਾਂ ਦੇ ਨਾਲ ਜੋੜ ਕੇ ਵੀ ਮਹਿਮਾ ਉਚਾਰਨ ਕੀਤੀ ਹੈ। ਤੇ ਇਹ ਇੱਕ ਤਰੀਕਾ ਹੈ ਇਹਨਾਂ ਕਵੀਆਂ ਦਾ। ਤੇ ਜਿਸ ਗੁਰੂ ਵਿੱਚੋਂ ਆਪਣੇ ਇਸ਼ਟ ਦੀ ਭਾਵਨਾ ਲੈ ਕੇ ਆਏ ਸਨ, ਉਹਦੇ ਦਰਸ਼ਨ ਹੋਏ, ਫਿਰ ਉਸੇ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਉਚਾਰਨ ਕੀਤੀ ਹੈ। ਇਹ ਹੈ ਭੱਟਾਂ ਦੀ ਬਾਣੀ ਦੀ ਕਥਾ ਵਿਚਾਰ ਜੋ ਸੰਗਤਾਂ ਸਰਵਣ ਕਰ ਰਹੇ ਹੋ। ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅਕਥ ਕਥਾ ਕਥੀ ਨਾ ਜਾਏ, ਤੀਨ ਲੋਕ ਰਹਿਆ ਸਮਾਏ। ਸੁਤਹਿ ਸਿੱਧ ਰੂਪ ਧਰਿਓ, ਸਾਹਨ ਕੈ ਸਾਹੇ ਜੀਓ। ਸਤ ਸਾਚ ਸ੍ਰੀ ਨਿਵਾਸ, ਆਦ ਪੁਰਖ ਸਦਾ ਤੂਹੀ। ਵਾਹਿਗੁਰੂ 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 ਵਾਹਿ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।